श्री वाहिगुरु साहिब जी। दंडौत बंदन अनक बार, सर्ब कला समरथ। डोलन ते राखो प्रभु, नानक दे कर हथ। भजो गोबिंद भूल मत जाहो, मानस जन्म का यही लाहो। हमें दृष्ट सब करे, हरै अग पाप सकल मल। काम क्रोध अर लोभ मोह, वस करै सबै बल। सदा सुख मन वसै, दुख संसारै खोवै। गुर नवनिध दरियाओ, जन्म हम काल खतोवै। कहो टल गुर सेवियै, अहनिस सहज सुभाए। दर्शन परसै गुरु कै, जन्म मरण दुख जाए। दर्शन परसै गुरु कै, जन्म मरण दुख जाए। सतनाम श्री वाहिगुरु साहिब जी। जत पहारा धीरज सुनियार, आहरण मत वेद हथियार। जत पहारा धीरज सुनियार, आहरण मत वेद हथियार। भौ खल्ला अगन तप ताओ, भांडा भाओ अमृत तित ढाल। घड़िया शब्द सच्ची टकसाल, जिन को नदर कर्म तिन कार। नानक नदरी नदर निहाल, जिन को नदर कर्म तिन कार। नानक नदरी नदर निहाल। वाहिगुरु जी का खालसा, वाहिगुरु जी की फतेह। सच्चे पातशाह दीना बंधु कृपा दे सागर धन साहिब श्री गुरु ग्रंथ साहिब जी महाराज सतगुरु जी की अपार बख्शिश रहमत सदका सतसंगत करदिया होया सतगुरु जी की अमृत पवित्र बाणी खुद पढ़न लई, विश्रामां दे भेद जानन लई ਅਤੇ अर्थ बोध ਨੂੰ ਪ੍ਰਾਪਤ ਕਰਨ ਲਈ ਗੁਰਬਾਣੀ ਕਥਾ ਸੰਥਿਆ ਦੀ ਕਲਾਸ ਵਿੱਚ ਆਪਾਂ ਇਕੱਤਰ ਹੋਏ ਹਾਂ। ਕੱਲ 38ਵੀਂ ਪੌੜੀ ਦੀ ਆਰੰਭਤਾ ਹੋਈ ਸੀ ਅਤੇ ਪਿੱਛੋਂ ਆਪਾਂ 5 ਖੰਡਾਂ ਦੀ ਸੰਖੇਪ ਵਿਚਾਰ ਸਰਵਣ ਕੀਤੀ ਸੀ ਤੇ 7 ਭੂਮਿਕਾਵਾਂ ਸਰਵਣ ਕੀਤੀਆਂ ਸੀਗੀਆਂ ਤੇ ਫਿਰ ਸਿੱਧਾ ਨੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਕਿ ਮਹਾਰਾਜ ਇਹ ਜੋ ਬ੍ਰਹਮ ਗਿਆਨ ਵਾਲਾ ਗਹਿਣਾ ਹੈ ਆਪ ਜੀ ਨੇ ਕਥਨ ਕੀਤਾ ਕਿ ਬ੍ਰਹਮ ਗਿਆਨ ਦਾ ਕਥਨ ਕਰਨਾ ਨਾਨਕ ਕਥਨਾ ਕਰੜਾ ਸਾਰ। ਮਹਾਰਾਜ ਬੜਾ ਆਪਨੇ ਕਿਹਾ ਕਠਨ ਮੈਂ ਤਾਂ ਮਹਾਰਾਜ ਆਪ ਦੱਸੋ ਕਿ ਬ੍ਰਹਮ ਗਿਆਨ ਦੇ ਗਹਿਣੇ ਨੂੰ ਘੜਨ ਵਾਸਤੇ
ਕਿਹੜੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ, ਕਿਸ ਤਰ੍ਹਾਂ ਬ੍ਰਹਮ ਗਿਆਨ ਦਾ ਗਹਿਣਾ ਜਿਹੜਾ ਉਹ ਘੜਿਆ ਜਾ ਸਕਦਾ ਹੈ। ਤੇ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ, ਤੇ ਇਹ 38ਵੀਂ ਪੌੜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ। ਸੁਨਿਆਰੇ ਦੀ ਸਾਰੀ ਸਮੱਗਰੀ ਨੂੰ ਆਪਣੇ ਧਿਆਨ ਚ ਲਿਆਉਣਾ ਤੇ ਫਿਰ ਅੰਤਰੀਬ ਢੁਕਣਾ ਹੈ ਸਾਰਾ ਅਰਥ। ਸੁਨਿਆਰੇ ਦੇ ਅੱਗੇ ਨਾ ਭੱਠੀ ਹੁੰਦੀ ਹੈ, ਭੱਠੀ ਨੂੰ ਧੌਂਕਣੀ ਲੱਗੀ ਹੁੰਦੀ ਹੈ, ਹਵਾ ਦੇਣ ਵਾਲੀ ਜਿਹੜੀ ਹੁੰਦੀ ਹੈ ਉਹਨੂੰ ਧੌਂਕਣੀ ਕਹਿੰਦੇ ਆ, ਜਿਸ ਨਾਲ ਅੱਗ ਦਾ ਤਾਉ ਵੱਧ ਜਾਂਦਾ। ਤਦ ਕਠਾਲੀ ਦੇ ਅੰਦਰ ਸੋਨੇ ਨੂੰ ਪਾ ਕੇ ਫਿਰ ਉਹ ਢਾਲ ਲੈਂਦਾ। ਫਿਰ ਥੱਪੇ ਹਥੌੜੇ ਨਾਲ ਮੋਹਰਾਂ ਆਦਿਕ ਘੜਦੇ ਹਨ, ਜਿਹੜੇ ਉੱਤੇ ਡਿਜ਼ਾਈਨ ਪਾਉਂਦੇ ਆ। ਕੋਈ ਵੀ ਕਿਸੇ ਪ੍ਰਕਾਰ ਛਾਪ ਲਾਉਣੀ ਉੱਤੇ, ਜਿਹੜੀਆਂ ਮੋਹਰਾਂ ਸੋਨੇ ਦੀਆਂ ਬਣਦੀਆਂ, ਉਹ ਫਿਰ ਮੋਹਰ ਲੱਗ ਕੇ ਤੇ ਪਾਤਸ਼ਾਹੀ ਖਜ਼ਾਨੇ 'ਚ ਦਾਖਲ ਹੁੰਦੀ ਹੈ। ਇਹ ਤਸਵੀਰ ਹੈ ਜੋ ਇੱਥੇ ਸ਼ੁਭ ਗੁਣਾਂ ਦੀ ਖਿੱਚ ਕੇ ਉਸ ਵਿੱਚ ਨਾਮ ਦੇ ਜਪਣ ਦੀ ਮਹਾਰਾਜ ਜੀ ਨੇ ਮਰਿਆਦਾ ਦੱਸੀ ਹੈ। ਧੀਰਜ ਧਾਰ ਕੇ ਜਤ ਸਤ ਨੂੰ ਕਾਇਮ ਰੱਖਦਿਆਂ ਗਿਆਨ ਨੂੰ ਅਥਵਾ ਸਤ ਉਪਦੇਸ਼ ਨੂੰ ਸੁਣ ਕੇ ਪੜ੍ਹ ਕੇ ਮਤ ਵਿੱਚ ਧਾਰਨ ਕਰਦਿਆਂ ਪਰਮੇਸ਼ਰ ਦੇ ਭੈ ਵਿੱਚ ਇਹ ਤਪ ਜਿਹੜਾ ਪਰਮੇਸ਼ਰ ਦਾ ਭੈ ਕਰਨਾ, ਇਹ ਤਪ ਵਿੱਚ ਰਹਿੰਦਿਆਂ ਪ੍ਰੇਮ ਭਾਵਨਾਵਾਂ ਨਾਲ ਜਪਣਾ, ਸਿਮਰਨਾ, ਆਰਾਧਨਾ ਕਰਨੀ। ਇਸ ਨਾਲ 12 ਵੰਨੀ ਦੇ ਸੋਨੇ ਵਾਂਗੂ, ਜਿੱਦਾਂ ਤਾ ਦੇ ਕੇ ਸ਼ੁੱਧ ਕਰ ਦਿੰਦੇ, ਮੈਲ ਕੱਢ ਦਿੰਦੇ ਸੋਨੇ ਦੀ, ਇਸ ਤਰ੍ਹਾਂ ਚਿੱਤ ਫਿਰ 12 ਵੰਨੀ ਦੇ ਸੋਨੇ ਦੀ ਤਰ੍ਹਾਂ ਸ਼ੁੱਧ ਹੋ ਜਾਂਦਾ। ਇਸ ਪਰ ਜਿਹੜਾ ਨਦਰੀ ਆ ਨਾ, ਮਿਹਰ ਦੇ ਕਰਨ ਵਾਲਾ ਵਾਹਿਗੁਰੂ, ਉਹਦੀ ਨਦਰ ਹੋਣੀ ਵਾਹਿਗੁਰੂ ਦੀ, ਫਿਰ ਜੀਵ ਨਿਹਾਲ ਕੀ ਆਨੰਦ ਸਰੂਪ ਹੋ ਜਾਣਾ। ਪਰ ਮਹਾਰਾਜ ਜੀ ਨੇ ਕਿਹਾ ਜਿਹੜੀ ਟਕਸਾਲ ਦੀ ਕਾਰ ਹੈ ਵਾਹਿਗੁਰੂ ਦੀ ਮਿਹਰ ਨਾਲ ਹੁੰਦੀ ਹੈ, ਜਿੱਥੇ ਘੜੇ ਜਾਂਦੇ ਆ ਸਿੱਕੇ। ਇਹ ਸਾਰ ਅੰਸ਼ ਹੈ ਪੌੜੀ ਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਅੰਤਰੀਵ ਇਹ ਸਾਰੇ ਔਜ਼ਾਰ ਮਹਾਰਾਜ ਸਾਹਿਬ ਜੀ ਨੇ ਹੁਣ ਦੱਸੇ ਆ ਇਸ ਪੌੜੀ ਦੇ ਅੰਦਰ। ਤੇ ਕੱਲ ਆਪਾਂ ਆਰੰਭਤਾ ਕੀਤੀ ਸੀ, ਜਿਹੜਾ ਸਤਿਗੁਰਾਂ ਜੀ ਨੇ ਆਰੰਭ ਕੀਤਾ ਹੈ, ਜਤ ਪਾਹਾਰਾ। ਇਹ ਆਪਾਂ ਇੱਥੋਂ ਅਰਥ ਜਿਹੜੇ ਸੀ ਉਹ ਆਰੰਭ ਕੀਤੇ ਸੀਗੇ। ਜਤ ਸਤ ਦਾ ਜਿਹੜਾ ਪਰਪੱਕ ਹੋਣਾ ਮਨ ਦਾ, ਸਤਿਗੁਰੂ ਜੀ ਕਹਿੰਦੇ ਭਾਈ ਉਹ ਉਦਮ ਕਰ ਸਕਦਾ ਵਾਹਿਗੁਰੂ ਦੇ ਨਾਮ ਵਿੱਚ ਇਕਾਗਰ ਹੋਣ ਲਈ। ਸਭ ਤੋਂ ਪਹਿਲਾਂ ਮਹਾਰਾਜ ਕਹਿੰਦੇ ਜਤ ਦੀ ਲੋੜ ਪੈਂਦੀ ਹੈ, ਤੇ ਜਤ ਰੱਖੇ ਤੋਂ ਬਿਨਾਂ ਵਾਹਿਗੁਰੂ ਦੇ ਨਾਮ ਵਿੱਚ ਇਕਾਗਰਤਾ ਨਹੀਂ ਪਾਈ ਜਾਂਦੀ। ਜਿਹੜਾ ਆਪਣਾ 18ਵੀਂ ਸਦੀ ਦਾ ਇਤਿਹਾਸ ਭਾਈ ਰਤਨ ਸਿੰਘ ਜੀ ਭੰਗੂ ਉਹਨਾਂ ਨੇ ਲਿਖਿਆ, ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਪੰਥ ਪ੍ਰਕਾਸ਼। ਪਹਿਲੇ ਦਾ ਨਾਮ ਪ੍ਰਾਚੀਨ ਪੰਥ ਪ੍ਰਕਾਸ਼ ਹੈ, ਤੇ ਜਿਹੜਾ ਦੂਸਰਾ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਉਹਦਾ ਨਾਮ ਹੈਗਾ ਨਵੀਨ ਪੰਥ ਪ੍ਰਕਾਸ਼, ਤਵਾਰੀਖ ਗੁਰੂ ਖਾਲਸਾ। ਹਾਂਜੀ, ਤੇ ਉਹਦੇ ਵਿੱਚ ਜ਼ਿਕਰ ਆਉਂਦਾ ਹੈ
ਕਿ ਕਈਆਂ ਦਿਨਾਂ ਦੇ ਭੁੱਖੇ ਸਿੰਘ ਜਦੋਂ ਪਤਾ ਲੱਗਾ ਕਿ ਜ਼ਾਲਮ ਹਿੰਦ ਦੀਆਂ ਲੜਕੀਆਂ ਨੂੰ ਜ਼ਬਰਦਸਤੀ ਚੱਕ ਕੇ ਲਈ ਜਾ ਰਹੇ ਆ, ਤਾਂ ਫਿਰ ਸਿੰਘਾਂ ਨੇ ਛਡਾਈਆਂ ਸੀਗੀਆਂ। ਭਾਈ ਤਾਰੂ ਸਿੰਘ ਸਾਹਿਬ ਨੇ ਖਬਰ ਦਿੱਤੀ ਸੀ ਤੇ ਕਈਆਂ ਚਿਰਾਂ ਦੇ ਭੁੱਖੇ ਸੀ, ਰੋਟੀਆਂ ਉੱਥੇ ਰੱਖ ਦਿੱਤੀਆਂ ਤੇ ਜਾ ਕੇ ਲੜਕੀਆਂ ਛਡਾਈਆਂ। ਸੁੰਦਰ ਤੋਂ ਸੁੰਦਰ ਸਰੂਪ ਵਾਲੀਆਂ ਲੜਕੀਆਂ ਨੇ ਸਿੰਘਾਂ ਦੇ ਅੱਗੇ ਲਿਲਕੜੀਆਂ ਕੱਢੀਆਂ ਕਿ ਸਾਨੂੰ ਵਰ ਲਵੋ, ਕਿਉਂਕਿ ਕਹਿੰਦੇ ਵੀ ਜਦੋਂ ਹਿੰਦੂ ਸਮਾਜ 'ਚ ਹੁੰਦਾ ਸੀਗਾ ਕਿ ਜਿਹੜੀ ਲੜਕੀ ਨੂੰ ਇੱਕ ਵਾਰੀ ਮੁਗਲ ਜ਼ਬਰਦਸਤੀ ਚੁੱਕ ਕੇ ਲੈ ਜਾਂਦੇ ਸੀ, ਮਾਂ ਪਿਓ ਉਸਨੂੰ ਘਰ ਨਹੀਂ ਸੀ ਫਿਰ ਰੱਖਦੇ ਹੁੰਦੇ, ਤੇ ਜਿਹੜਾ ਉਹਦਾ ਪਤੀ ਹੁੰਦਾ ਸੀ, ਜੇ ਵਿਆਹੀ ਔਰਤ ਹੁੰਦੀ ਸੀ ਤੇ ਪਤੀ ਵੀ ਉਹਨੂੰ ਸਵੀਕਾਰ ਕਰ ਦਿੰਦਾ ਸੀ। ਤੇ ਉਹ ਕਹਿੰਦੀਆਂ ਕਿ ਅਸੀਂ ਉਹ ਪਤੀ ਜਿਹੜਾ ਸਾਡੇ ਸਵੈਮਾਨ ਦੀ ਰੱਖਿਆ ਨਹੀਂ ਕਰ ਸਕਦਾ, ਅਸੀਂ ਨਹੀਂ ਉਹਦੇ ਕੋਲ ਜਾਣਾ। ਜਿਹੜੇ ਮਾਂ ਪਿਓ ਸਾਡੀ ਰੱਖਿਆ ਨਹੀਂ ਕਰ ਸਕਦੇ, ਅਸੀਂ ਉਹਨਾਂ ਕੋਲ ਨਹੀਂ ਜਾਣਾ। ਤੇ ਸਿੰਘਾਂ ਦੇ ਤਰਲੇ ਉਹਨਾਂ ਨੇ ਕੀਤੇ, ਪਰ ਸਾਡਾ ਇਤਿਹਾਸ ਕਹਿੰਦਾ ਇੰਨੇ ਸੁੰਦਰ ਤੋਂ ਸੁੰਦਰ ਸਰੂਪ ਵਾਲੀਆਂ ਲੜਕੀਆਂ ਨੂੰ ਵੀ ਸਿੰਘਾਂ ਨੇ ਉਹਨਾਂ ਦੇ ਘਰੋਂ ਘਰੀ ਪਹੁੰਚਾਇਆ ਤੇ ਉਹਨਾਂ ਨੂੰ ਫਿਰ ਸਮਝਾਇਆ, ਉਹਨਾਂ ਦੇ ਮਾਤਾ ਪਿਤਾ ਨੂੰ, ਉਹਦੇ ਪਤੀ ਨੂੰ, ਕਿ ਇਹ ਜਿਹੜੀ ਅਬਲਾ ਹੈ ਇਹਦੀ ਰੱਖਿਆ ਕਰਨੀ ਪਤੀ ਨੂੰ ਕਿਹਾ ਤੇਰਾ ਧਰਮ ਹੈ, ਮਾਂ ਪਿਓ ਨੂੰ ਕਿਹਾ ਕਿ ਲੜਕੀ ਦੀ ਰੱਖਿਆ ਕਰਨੀ ਤੁਹਾਡਾ ਧਰਮ ਹੈ। ਤੇ ਉਹਨਾਂ ਨੂੰ ਫਿਰ ਇਹ ਵੀ ਨਾਲ ਤਾੜਨਾ ਕੀਤੀ ਕਿ ਜੇ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਤੇ ਅਸੀਂ ਫਿਰ ਖਬਰ ਲਵਾਂਗੇ। ਇੰਨੇ ਜੱਤ ਵਿੱਚ ਰਹਿ ਕੇ ਤਾਂ ਉਸ ਸਮੇਂ ਦਾ ਇਤਿਹਾਸ ਜਿਹੜਾ ਉਹ ਸਾਡਾ ਗੌਰਵਮਈ ਇਤਿਹਾਸ ਬਣਿਆ। ਜੇ ਚਿੱਤ ਨਾ ਡੋਲੇ ਤਾਂ ਬ੍ਰਹਮ ਗਿਆਨ ਰੂਪੀ ਗਹਿਣੇ ਨੂੰ ਘੜਨ ਵਾਸਤੇ ਜਿਹੜਾ ਜੱਤ ਹੈ ਨਾ, ਬ੍ਰਹਮਚਰਜ ਰੱਖਣਾ, ਇਹੋ ਹੀ ਮਹਾਰਾਜ ਨੇ ਕਿਹਾ ਪਾਹਾਰਾ ਭਾਵ ਭੱਠੀ ਹੈ ਅਥਵਾ ਦੁਕਾਨ ਹੈ। ਜਿਸ ਸੁਨਿਆਰੇ ਦੀ ਦੁਕਾਨ ਹੀ ਨਾ ਹੋਵੇ ਉਹਨੇ ਬਹਿਣਾ ਕਿੱਥੇ? ਜੇ ਸੁਨਿਆਰਾ ਹੈ ਉਹਦੇ ਕੋਲ ਬਹਿਣ ਲਈ ਦੁਕਾਨ ਨਹੀਂ ਹੈ ਤੇ ਉਹ ਕਿੱਥੇ ਬੈਠ ਕੇ ਆਪਣਾ ਕੰਮਕਾਰ ਕਰੇਗਾ, ਕਿੱਥੇ ਆਪਣਾ ਵਪਾਰ ਚਲਾਏਗਾ? ਸੁਨਿਆਰੇ ਨੂੰ ਬੈਠਣ ਲਈ ਦੁਕਾਨ ਚਾਹੀਦੀ ਹੈ। ਤੋ ਜਿਸ ਨੇ ਜੱਤ ਨਹੀਂ ਰੱਖਿਆ ਉਹ ਕਮਾਈ ਕਿਵੇਂ ਕਰੇਗਾ? ਇਸ ਕਰਕੇ ਸਭ ਤੋਂ ਪਹਿਲਾਂ ਜਤੀ ਹੋਣਾ ਅਤ ਜ਼ਰੂਰੀ ਹੈ। ਜਤ ਪਾਹਾਰਾ, ਮਹਾਰਾਜ ਜੀ ਕਿਹਾ ਸਿੱਧੋ ਬ੍ਰਹਮ ਗਿਆਨ ਦਾ ਗਹਿਣਾ ਘੜਨਾ ਹੈ ਤਾਂ ਜਤ ਸਤ ਰੂਪੀ ਜਿਹੜੀ ਦੁਕਾਨ ਹੈ ਨਾ, ਇਹ ਹੋਣੀ ਚਾਹੀਦੀ ਹੈ। ਫਿਰ ਧੀਰਜ ਸੁਨਿਆਰ, ਦੁੱਖ ਸੁੱਖ ਕਲੇਸ਼ ਆਦਿ ਵਿੱਚ ਸਮਾਨ ਬਿਰਤੀ ਰੱਖਣੀ। ਦੁੱਖ ਆ ਜੇ ਸੁੱਖ ਪ੍ਰਾਪਤ ਹੋਣ, ਬਿਰਤੀ ਸਮਾਨ ਰੱਖਣੀ, ਚਿੱਤ ਦਾ ਟਿਕਾਓ ਰਹਿਣਾ, ਆਏ ਹਰਖ ਨਾ ਗਏ ਸੋਗ, ਇਹ ਧੀਰਜ ਰੂਪੀ ਸੁਨਿਆਰ ਹੋਵੇ। ਸੁਨਿਆਰ ਕਿਹੜਾ ਹੋਵੇ? ਧੀਰਜ ਰੂਪੀ ਸੁਨਿਆਰ। ਧੀਰਜ ਮਨ ਭਏ ਹਾਂ, ਧੀਰਜ ਜਸ ਸੋਭਾ ਤਿਹ ਬਣਿਆ। ਧੀਰਜ ਰੂਪੀ ਸੁਨਿਆਰਾ ਹੋਣਾ ਚਾਹੀਦਾ ਹੈ। ਜਤ ਰੂਪੀ ਦੁਕਾਨ ਹੋਣੀ ਚਾਹੀਦੀ ਹੈ। ਪਿੱਛੇ ਆਪਾਂ ਸੁਣਿਆ, ਜੇ ਧੀਰਜ ਨਾ ਮਨ ਦੇ ਅੰਦਰ ਹੋਵੇ ਤਾਂ ਸਮਝ ਲਓ ਤੁਸੀਂ ਫਿਰ ਘਾੜ ਤੇ ਘੜ ਹੀ ਨਹੀਂ ਸਕਦੇ, ਤਿਆਰ ਹੀ ਨਹੀਂ ਹੋਏ। ਕਿਉਂਕਿ ਜਿਹੜਾ ਕੰਮ ਸੁਨਿਆਰਾ ਕਰ ਲੈਂਦਾ, ਗਹਿਣੇ ਨੂੰ ਬਣਾਉਣ ਦਾ, ਮੋਹਰ ਨੂੰ ਛਾਪਣ ਦਾ, ਸੋਨੇ ਨੂੰ ਢਾਲਣ ਦਾ, ਉਹ ਸੁਨਿਆਰੇ ਦਾ ਕੰਮ ਸੁਨਿਆਰਾ ਹੀ ਕਰ ਸਕਦਾ, ਕੋਈ ਦੂਸਰਾ ਨਹੀਂ ਕਰ ਸਕਦਾ। ਹੋਰ ਜਿਹਨੂੰ ਪਰਮਾਰਥ ਦੇ ਮਾਰਗ ਤੇ ਚੱਲਣ ਦਾ ਸ਼ੌਂਕ ਹੈ, ਧੀਰਜ ਸਭ ਤੋਂ ਵੱਡਾ ਉਹਦਾ ਸਾਥੀ ਹੈ। ਧੀਰਜ ਦਾ ਕਦੇ ਵੀ ਖਹਿੜਾ ਨਹੀਂ ਛੱਡਣਾ ਚਾਹੀਦਾ। ਕਿੱਡੇ ਵੱਡੇ ਤੋਂ ਵੱਡਾ ਨੁਕਸਾਨ ਹੋ ਜੇ, ਧੀਰਜ ਨਹੀਂ ਛੱਡਦੇ। ਇੱਕ ਰਸ ਧੀਰਜ ਵਿੱਚ ਰਹਿੰਦੇ ਆ। ਕਿੰਨਾ ਖੁਸ਼ੀ ਵਾਲਾ ਕੋਈ
ਸੁਨੇਹਾ ਮਿਲ ਜੇ, ਖਬਰ ਮਿਲ ਜੇ, ਤਾਂ ਵੀ ਮਨ ਇੱਕ ਰਸ ਧੀਰਜ 'ਚ ਹੀ ਰਹਿੰਦਾ ਹੈ। ਦੁੱਖ ਸੁੱਖ ਵਿੱਚ ਸਮਾਨ ਬਿਰਤੀ ਰੱਖਣੀ, ਹਿੱਤ ਦਾ ਟਿਕਾਊ ਰਹਿਣਾ, ਇਹਨੂੰ ਧੀਰਜ ਕਹਿੰਦੇ ਆ। ਧੀਰਜ ਰੂਪੀ ਸੁਨਿਆਰਾ ਹੋਣਾ ਚਾਹੀਦਾ ਹੈ, ਸੁਨਿਆਰ ਹੋਵੇ। ਆਹਰਣ ਮੱਤ ਜਿਹੜੀ ਲੁਹਾਰ ਤੇ ਸੁਨਿਆਰੇ, ਇਹ ਜਿਹੜਾ ਉਤੋਂ ਹਥੌੜੇ ਦਾ ਪ੍ਰਹਾਰ ਕਰਨਾ ਹੁੰਦਾ ਨਾ, ਵਾਰ ਕਰਨਾ ਹੁੰਦਾ, ਤੇ ਜਿੱਥੇ ਉਹਨਾਂ ਦੀ ਕਾਰਖਾਨਾ ਹੁੰਦਾ, ਜਿੱਥੇ ਕੰਮ ਕਰਦੇ ਆ, ਉਹਦੇ ਵਿੱਚ ਧਾਤੂ ਪਾ ਕੇ ਤੇ ਹਥੌੜੇ ਦੇ ਪ੍ਰਹਾਰ ਨਾਲ ਸ਼ਸਤਰ ਘੜਦੇ ਆ। ਉਹਦੇ ਉੱਤੇ ਆਪਣੇ ਢੰਗ ਨਾਲ ਹਥੌੜੇ ਮਾਰ ਮਾਰ ਕੇ ਫਿਰ ਉਹਨੂੰ ਉਹੋ ਜਿਹੀ ਸ਼ਕਲ ਦੇ ਦਿੰਦੇ ਆ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਹਰਣ ਕਿਹੜੀ ਕਹੀ ਹੈ? ਜਿਹੜਾ ਆਹਰਣ ਲੋਹੇ ਦਾ ਢੇਲਾ ਜਿਸ ਤੇ ਰੱਖ ਕੇ ਸੁਨਿਆਰੇ ਗਹਿਣੇ ਘੜਦੇ ਆ, ਇਹ ਅਚਲ ਹੋ ਕੇ ਹਥੌੜੇ ਦੀਆਂ ਸੱਟਾਂ ਸਹਾਰਦਾ ਹੈ, ਉਹ ਆਹਰਣ। ਇਸੇ ਪ੍ਰਕਾਰ ਜਗਿਆਸੂ ਦੀ ਬੁੱਧੀ ਜਿਹੜੀ ਹੈ, ਆਹਰਣ ਵਾਂਗ ਅਚਲ ਅਡੋਲ ਹੋਣੀ ਚਾਹੀਦੀ ਹੈ। ਜਿੰਨੇ ਮਰਜੀ ਕਰਮਾਂ ਕਾਂਡਾਂ ਦੇ ਹਥੌੜੇ ਵੱਜਣ, ਆਹਰਣ ਡੋਲਦੀ ਨਹੀਂ ਨਾ, ਅਚਲ ਰਹਿੰਦੀ ਹੈ। ਕਿੰਨਾ ਕੋਈ ਨਾਸਤਿਕਪੁਣੇ ਦੀਆਂ ਗੱਲਾਂ ਕਹਿ ਦੇਵੇ, ਤਾਂ ਵੀ ਉਹਨਾਂ ਦਾ ਮਨ ਆਹਰਣ ਵਾਂਗੂ ਅਡੋਲ ਹੁੰਦਾ। ਵਾਹਿਗੁਰੂ ਦੇ ਵਿੱਚੋਂ ਨਿਸ਼ਚਾ ਉਹਨਾਂ ਦਾ ਡੋਲਦਾ ਨਹੀਂ, ਆਹਰਣ ਵਾਂਗ ਅਚਲ ਹੁੰਦੇ ਆ। ਜਿਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਨਾ, ਹਸਤੀ ਸਿਰ ਜਿਉ ਅੰਕਸ ਹੈ, ਆਹਰਣ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ, ਊਬੀ ਸੇਵ ਕਰੇ। ਆਹਰਣ ਜਿਉ ਸਿਰ ਦੇ, ਜਿਵੇਂ ਆਹਰਣ ਹਥੌੜੇ ਦੇ ਥੱਲੇ ਸਿਰ ਦਿੰਦੀ ਹੈ ਨਾ, ਕਿੰਨੇ ਹਥੌੜੇ ਵੱਜਦੇ ਆ ਪਰ ਡੋਲਦੀ ਨਹੀਂ। ਇਉਂ ਕਹੇ ਹੋਏ ਵਾਕਾਂ ਰੂਪੀ ਹਥੌੜਿਆਂ ਨੂੰ ਉਹ ਸਹਾਰ ਲੈਂਦੇ ਆ, ਕੌੜੇ ਵਾਕ ਕਹੇ, ਪਰ ਉਹਨਾਂ ਦਾ ਚਿੱਤ ਵਾਹਿਗੁਰੂ ਤੋਂ ਨਹੀਂ ਡੋਲਦਾ। ਪਰਮੇਸ਼ਰ ਦੇ ਨਾਮ ਵਿੱਚ ਉਹਨਾਂ ਦੀ ਆਹਰਣ ਵਾਂਗ ਅਚਲ ਸੁਰਤ ਲੱਗੀ ਰਹਿੰਦੀ ਆ। ਇੱਥੇ ਘੜਨ ਵਾਸਤੇ ਕੀ ਚਾਹੀਦਾ? ਕਿਹੜੀ ਆਹਰਣ ਚਾਹੀਦੀ? ਮੱਤ ਰੂਪੀ, ਸ੍ਰੇਸ਼ਟ ਮੱਤ ਰੂਪੀ ਆਹਰਣ ਚਾਹੀਦੀ ਹੈ। ਊਤਮ ਮੱਤ ਮੇਰੇ ਹਿਰਦੇ ਤੂੰ ਆਓ, ਉੱਤਮ ਮੱਤ ਰੂਪੀ ਆਹਰਣ ਚਾਹੀਦੀ ਹੈ। ਫਿਰ ਸੁਣਿਓ, ਜਿਹੜਾ ਹੈ ਜਤ ਰੂਪੀ ਭੱਠੀ ਜਾਂ ਜਪਤ ਰੂਪੀ ਦੁਕਾਨ, ਧੀਰਜ ਰੂਪੀ ਸੁਨਿਆਰਾ ਤੇ ਮੱਤ ਰੂਪੀ ਆਹਰਣ, ਜਿਹੜੀ ਸ੍ਰੇਸ਼ਟ ਮੱਤ ਵਾ, ਇਹ ਆਰਣ ਸ਼ਬਦ ਵੀ ਬੋਲ ਦਿੰਦੇ ਆ। ਤੇ ਆਰਣ ਸ਼ਬਦ ਜਦੋਂ ਬੋਲੀਏ ਤਾਂ ਉਹਦਾ ਅਰਥ ਭੱਠੀ ਵੀ ਹੁੰਦਾ, ਜਿਸ ਵਿੱਚ ਅੱਗ ਬਾਲ ਕੇ ਲੁਹਾਰ ਲੋਹਾ ਗਰਮ ਕਰਦੇ ਆ। ਜਿੱਥੇ ਮਹਾਰਾਜ ਜੀ ਨੇ ਕਿਹਾ, ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। ਜਿਹੜੀ ਕਾਇਆ ਨਾ ਸਰੀਰ, ਇਹ ਭੱਠੀ ਦੀ ਨਿਆਈ ਹੈ, ਮਨ ਵਿੱਚ ਲੋਹੇ ਦੀ ਤਰ੍ਹਾਂ ਹੈ। ਫਿਰ ਮਹਾਰਾਜ ਜੀ ਨੇ ਕਿਹਾ, ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਭਈ। ਜਿਉ ਆਰਣ ਲੋਹਾ ਪਾਏ ਭੰਨ ਕਢਾਈ ਹੈ। ਇੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਆਹਰਣ, ਉਸ ਆਹਰਣ ਦਾ ਜ਼ਿਕਰ ਕਰ ਰਹੇ ਆ। ਜਦੋਂ ਮੱਤ ਰੂਪੀ ਆਹਰਣ ਦੇ ਉੱਤੇ ਗੁਰੂ ਜੀ ਦੇ ਉਪਦੇਸ਼ ਰੂਪੀ ਹਥੌੜੇ ਵੱਜਦੇ ਆ ਨਾ, ਤਾਂ ਫਿਰ ਜਿਹੜਾ ਗਹਿਣਾ ਹੈ, ਉਹ ਗੁਰੂ ਜੀ ਦੇ ਉਪਦੇਸ਼ ਰੂਪੀ ਵਾਕਾਂ ਰੂਪੀ ਬਚਨਾਂ ਨਾਲ, ਉਹ ਹਥੌੜੇ ਵੱਜਣ ਨਾਲ ਉਹਦੀ ਘਾਟ ਘੜੀ ਜਾਂਦੀ ਹੈ, ਉਹਦੀ ਸ਼ਕਲ, ਉਹਦੀ ਸੂਰਤ ਬਣਦੀ ਜਾਂਦੀ ਹੈ। ਬ੍ਰਹਮ ਗਿਆਨ ਰੂਪੀ ਜਿਹੜਾ ਗਹਿਣਾ ਘੜਨਾ,
ਇਹ ਅੱਗੇ ਜਾ ਕੇ ਆਪਾਂ ਹੋਰ ਖੋਲਾਂਗੇ। ਵੇਦ ਹਥਿਆਰ, ਜਿਹੜੇ ਵੇਦਾਂ ਦੇ ਨਾਨਾ ਤਰ੍ਹਾਂ ਦੇ ਵਾਕਾਂ ਰੂਪ ਹਥਿਆਰ ਹਥੌੜੇ ਹਨ, ਇਹਨਾਂ ਦੀਆਂ ਸੱਟਾਂ ਨੂੰ ਸਹਾਰ ਕੇ ਗੁਰਮਤ ਵਿੱਚ ਅਚਲ ਰਹੇ। ਭਾਵ ਉਹਨਾਂ ਦੇ ਕਹੇ ਹੋਏ ਵਾਕ ਸੁਣੇ, ਪਰ ਸੁਣ ਕੇ ਇਹ ਨਾ ਪਹਿਲੋਂ ਨਿਸ਼ਚਾ ਕਰ ਲੈ ਕਮਾਈ ਕੀਤੀ ਨੇ ਤੇ ਕਹੇ ਅਹੰ ਬ੍ਰਹਮ ਅਸਮੀ। ਏਦਾਂ ਦੇ ਵੀ ਕਈ ਹੈਗੇ ਆ ਜਿਹੜੇ ਇੱਥੋਂ ਤੱਕ ਇਹਨਾਂ ਦੇਸ਼ਾਂ ਵਿੱਚ ਵਿਚਰ ਕੇ ਇਹੋ ਜਿਹਾ ਪ੍ਰਚਾਰ ਕਰਦੇ ਪਏ ਆ ਸਿੱਖੀ ਦੇ ਭੇਖ ਵਿੱਚ ਕਿ ਵਾਹਿਗੁਰੂ ਮੰਤਰ ਜਪਣ ਨਾਲ ਰਿਦਮ ਟੁੱਟਦਾ, ਹੋਰ ਤਰ੍ਹਾਂ ਦੇ ਮੰਤਰ ਦੱਸੀ ਜਾਂਦੇ ਆ, ਇਹਨਾਂ ਨਾਲ ਰਿਦਮ ਨਹੀਂ ਟੁੱਟਦਾ। ਫਿਰ ਹੋਰ ਆਪਣੇ ਢੰਗ ਨਾਲ ਗੁਰਬਾਣੀ ਦੀਆਂ ਪੰਕਤੀਆਂ ਕੱਢ ਕੇ ਹੋਰਨਾਂ ਮਤਾਂ ਨੂੰ ਗੁਰੂ ਨਾਨਕ ਸਾਹਿਬ ਦੇ ਮੱਤ ਤੋਂ ਉੱਪਰ ਦੱਸਦੇ ਆ। ਸਿੱਖਾਂ ਦੀ ਸ਼ਰਧਾ ਸਿੱਖੀ ਨਾਲ ਤੋੜਨੀ ਚਾਹੁੰਦੇ ਆ, ਪਰ ਇਹ ਨਹੀਂ ਕਿ ਅਨਮਤੀਆਂ ਦੀਆਂ ਗੱਲਾਂ ਸੁਣ ਕੇ ਤੇ ਆਪਣੀ ਮੱਤ ਹੀ ਡੋਲ ਜਾਵੇ। ਕਈ ਏਦਾਂ ਡੋਲ ਜਾਂਦੇ ਆ। ਕਈ ਵਾਪਰੀਆਂ ਘਟਨਾ, ਉਹ 5 ਕਕਾਰ ਹੀ ਇੱਕ ਬੀਬੀ ਨੇ ਲਾ ਦਿੱਤੇ ਸੀਗੇ। ਉਹ ਵਿਦਾਂਤ ਦੇ ਗ੍ਰੰਥ ਪੜ੍ਹਦਿਆਂ ਅਹੰ ਬ੍ਰਹਮ ਅਸਮੀ, ਵੀ ਹੁਣ ਕਰਮ ਕਰਨ ਦੀ ਲੋੜ ਨਹੀਂ ਰਹਿ ਗਈ। ਉਹਨਾਂ ਉਹ ਗਿਆਨ ਦੀ ਅਵਸਥਾ ਤੇ ਗਏ ਹੈ ਨਹੀਂ ਜਿਹੜਾ ਇਹ ਗਿਆਨ ਹੈ, ਸੁੱਕਾ ਗਿਆਨ ਹੈ। ਹਰ ਥਾਂ ਤੇ ਬ੍ਰਹਮ ਨਿਸ਼ਚੇ ਕਰਨਾ ਹੈ ਤਾਂ ਸੱਤ ਹਰ ਥਾਂ ਤੇ ਬ੍ਰਹਮ ਹੈ, ਪਰ ਗੁਰੂ ਉਪਦੇਸ਼ ਤੋਂ ਬਿਨਾਂ ਪ੍ਰੀਤ ਨਹੀਂ ਪ੍ਰਾਪਤ ਹੁੰਦੀ। ਤੁਸੀਂ ਉਹਨੂੰ ਆਪਣੇ ਅੰਦਰ ਸਮਝ ਕੇ ਜਾਂ ਕਹਿ ਕੇ ਕਿ ਸਭ ਬ੍ਰਹਮ ਹੈ, ਇਸ ਤਰ੍ਹਾਂ ਨਹੀਂ ਪ੍ਰਾਪਤੀ ਕਰ ਸਕਦੇ। ਸਹੀ ਰੂਪ ਵਿੱਚ ਕਮਾਈ ਕਰਕੇ ਬ੍ਰਹਮ ਰੂਪ ਹੋਈਦਾ। ਇੱਕ ਉਹ ਜ਼ਿਕਰ ਆਉਂਦਾ, ਮੇਰੇ ਖਿਆਲ ਉਹਨਾਂ ਦਾ ਨਾਮ ਭਾਈ ਪ੍ਰੇਮ ਸਿੰਘ ਸੀਗਾ, ਸ਼ਾਇਦ ਮੈਂ ਨਾਮ ਭੁੱਲਦਾ। ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਉਹ ਵਿਦਿਆਰਥੀ ਹੋਏ, ਤੇ ਇੱਕ ਕੋਈ ਸਨਾਤਨੀ ਮਤ ਦੇ ਸਾਧੂ ਸੀਗੇ, ਅੱਖਾਂ ਤੋਂ ਸੂਰਮੇ ਸੀਗੇ ਉਹ, ਤੇ ਉਹ ਵਿਦਵਾਨ ਬਹੁਤ ਸੀਗੇ, ਤੇ ਉਹ ਵਿਦਾਨ ਦੀ ਪੜ੍ਹਾਈ ਪੜ੍ਹਾਉਂਦੇ ਸੀਗੇ। ਬਹੁਤ ਵਿਦਵਾਨ ਸੀ, ਚੰਗੇ ਵਿਚਾਰਾਂ ਵਾਲੇ ਸੀ, ਤੇ ਇਹੋ ਹੀ ਸਿੱਖਿਆ ਦਿੰਦੇ ਸੀ ਕਿ ਬ੍ਰਹਮ ਨਿਸ਼ਚੇ ਕਰੋ, ਸਭ ਥਾਂ ਤੇ ਬ੍ਰਹਮ ਹੈ, ਨਿਸ਼ਚੇ ਕਰੋ ਇਸ ਗੱਲ ਦਾ। ਕੱਲਾ ਇਸ ਗੱਲ ਨੂੰ ਨਿਸ਼ਚੇ ਕਿਵੇਂ ਕਰ ਸਕਦਾ ਜੇ ਗੁਰੂ ਉਪਦੇਸ਼ ਨਹੀਂ। ਭਾਈ ਗੁਰਦਾਸ ਸਾਹਿਬ ਨੇ ਕਿਹਾ ਨਾ ਕਿ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। ਗੱਲਾਂ ਨਾਲ ਥੋੜਾ ਵਾਹਿਗੁਰੂ ਦੇ ਦੇਸ਼ 'ਚ ਜਾ ਸਕੀਦਾ। ਜਿੰਨਾ ਚਿਰ ਗੁਰੂ ਉਪਦੇਸ਼ ਕਮਾ ਕੇ ਵਕਾਰਾਂ ਵੱਲੋਂ ਸੰਜਮ ਰੱਖ ਕੇ ਜੀਵਨ ਇੱਕ ਹੀਰੇ ਦੀ ਤਰ੍ਹਾਂ ਜਿਹਨੂੰ ਤਰਾਸ਼ਿਆ ਜਾਂਦਾ, ਵਾਹਿਗੁਰੂ ਦੀ ਮਿਹਰ ਦੀ ਨਿਗਾਹ ਦੇ ਜਦੋਂ ਪਾਤਰ ਬਣੀਦਾ, ਉਹਦੇ ਵਿੱਚ ਇੱਕਮਿਕ ਹੋ ਕੇ ਹੀ ਉਹਦੇ ਦੇਸ਼ 'ਚ ਜਾ ਸਕੀਦਾ, ਦੂਜਾ ਬਣ ਕੇ ਨਹੀਂ ਜਾ ਸਕੀਦਾ। ਉਹਨਾਂ ਨੇ ਮਨ 'ਚ ਸੋਚਿਆ ਵੀ ਇਹ ਮਹਾਤਮਾ ਨੂੰ ਨਾ ਸਿੱਖਿਆ ਜ਼ਰੂਰ ਦੇਣੀ ਆ। ਉਹ ਚਲੇ ਗਏ ਉਹਨਾਂ ਨੂੰ ਮਿਲਣ ਵਾਸਤੇ, ਤੇ ਕੋਲ ਉਸ ਸਮੇਂ ਕੋਈ ਹੈ ਨਹੀਂ ਸੀ, ਦੁਪਹਿਰਾਂ ਢਲੀਆਂ ਸੀਗੀਆਂ, ਤੇ ਉਹ ਪੈਰਾਂ ਦਾ ਖੜਾਕ ਸੁਣ ਕੇ, ਕਿਉਂਕਿ ਸੂਰਮੇ ਸੀਗੇ, ਕਹਿੰਦੇ ਬਈ ਕੌਣ ਹੈ? ਉਹ ਅੱਗੋਂ ਕਹਿੰਦੇ ਮਹਾਰਾਜ ਮੈਂ ਬ੍ਰਹਮ। ਉਹ ਕਹਿੰਦੇ ਵੀ ਚੁੱਪ ਕਰਕੇ ਪਹਿਲੋਂ ਤਾਂ, ਫਿਰ ਥੋੜੇ ਚਿਰ ਬਾਅਦ ਕਹਿੰਦੇ ਚੱਲ ਵੀ ਠੀਕ ਹੈ, ਪਰ ਤੂੰ ਦੱਸ ਤੂੰ ਕੌਣ ਹੈ? ਕਹਿੰਦਾ ਮਹਾਰਾਜ ਮੈਂ ਬ੍ਰਹਮ ਆ। ਉਹ ਕਹਿੰਦੇ ਨਾ ਬ੍ਰਹਮ ਤੋਂ ਬਿਨਾਂ ਹੋਰ ਕਿਸੇ ਚੀਜ਼ ਨੂੰ ਨਿਸ਼ਚੈ ਨਾ ਕਰੋ। ਮਹਾਂਪੁਰਖਾਂ ਦੇ ਵਿਦਿਆਰਥੀ ਕਹਿੰਦੇ ਮੈਂ ਬ੍ਰਹਮ ਆ।
ਉਹ ਉਹਨਾਂ ਨੇ ਸਿੱਖਿਆ ਦੇਣੀ ਸੀ ਰਮਜ ਦੇ ਨਾਲ। ਮਹਾਤਮਾ ਨੂੰ ਵੇਖ ਲਓ, ਉਹ ਕਿਉਂਕਿ ਅਵਸਥਾ ਦੀ ਗੱਲ ਹੈ ਨਾ, ਮਹਾਂਪੁਰਖਾਂ ਦੇ ਵਿਦਿਆਰਥੀ ਹੀ ਉਸ ਚੀਜ਼ ਤੇ ਪਹੁੰਚੇ ਹੋਏ ਸੀ। ਉਹ ਤੀਸਰੀ ਵਾਰੀ ਫੇਰ ਕੁਝ ਸਮਾਂ ਰੁਕ ਕੇ ਨਾ ਕਹਿੰਦੇ ਵੀ ਗੱਲ ਠੀਕ ਆ ਭਾਈ, ਤੂੰ ਜੋ ਵੀ ਹੈਗਾ, ਪਰ ਤੂੰ ਇਹ ਦੱਸ ਤੇ ਸਹੀ ਵੀ ਤੂੰ ਕੌਣ ਆ। ਕਹਿੰਦਾ ਮਹਾਰਾਜ ਹੱਦ ਹੋ ਗਈ, ਮੈਂ ਕਹਿੰਦਾ ਮੈਂ ਬ੍ਰਹਮ ਆ। ਉਹ ਤੀਜੀ ਵਾਰੀ ਵੀ ਉਹ ਇਹੋ ਹੀ ਬੋਲੇ। ਉਹਨਾਂ ਚਿਰ ਨੂੰ ਉਹਨਾਂ ਦਾ ਗੜਵਈਆ ਆ ਗਿਆ ਤੇ ਉਹ ਫਿਰ ਹੱਸ ਪਿਆ। ਉਹ ਕਹਿੰਦਾ ਮਹਾਰਾਜ ਇਹ ਭਿੰਡਰਾਲੇ ਫਲਾਨਾ ਸਿੰਘ ਹੈ, ਇਹ ਸ਼੍ਰੀਮਾਨ ਸੰਤ ਗਿਆਨੀ ਗੁਰਬੰਦ ਸਿੰਘ ਜੀ ਦੇ ਵਿਦਿਆਰਥੀ ਆ। ਉਹ ਫਿਰ ਹੱਸ ਪਏ, ਕਹਿੰਦੇ ਲੈ ਵੀ ਤੇਰੀ ਆਪਣਾ ਮਖੌਲ ਕਰਨ ਦੀ ਆਦਤ ਨਹੀਂ ਗਈ ਹੈ। ਤੇ ਬੈਠੇ ਗੱਲਾਂ ਬਾਤਾਂ ਕਰਨ ਲੱਗ ਪਏ। ਫਿਰ ਪਤਾ ਲੱਗ ਗਿਆ ਵੀ ਕੌਣ ਹੈ, ਚਲੋ ਹਨਾ। ਫਿਰ ਗੱਲਾਂ ਬਾਤਾਂ ਕਰਨ ਲੱਗ ਗਏ। ਕਹਿੰਦੇ ਵੀ ਜਲ ਪਾਣੀ ਛਕਾਓ। ਉਹ ਜਲ ਪਾਣੀ ਜਦੋਂ ਛਕਾਉਣ ਲੱਗੇ ਤੇ ਉਹਨਾਂ ਦੇ ਲਾਗੇ ਇੱਕ ਲੋਟਾ ਪਿਆ ਸੀ, ਲੋਟਾ। ਤੇ ਉਹ ਗੁਰਮੁਖਾਂ ਨੇ ਲੋਟਾ ਚੁੱਕ ਕੇ ਤੇ ਖੂਹ ਚ ਸਿੱਟਤਾ ਲਾਗੇ। ਉਹ ਜਦੋਂ ਡਿੱਗਣ ਦੀ ਆਵਾਜ਼ ਆਈ ਤੇ ਕਹਿੰਦੇ ਕੀ ਹੋਇਆ? ਕਹਿੰਦਾ ਮਹਾਰਾਜ ਗਿਆਨੀ ਨੇ ਤੁਹਾਡਾ ਲੋਟਾ ਚੁੱਕ ਕੇ ਸਿੱਟਤਾ ਖੂਹ ਚ। ਕਹਿੰਦੇ ਗਿਆਨੀ ਇਹ ਏਦਾਂ ਗਿਆਨੀ ਜੀ ਕਾਹਨੂੰ ਕਰਨਾ, ਤੇ ਮੇਰਾ ਲੋਟਾ ਕਿਉਂ ਸੁੱਟਿਆ? ਕੋਈ ਮਹਾਰਾਜ ਕਢਾ ਲੈਨੇ ਆ ਜੀ, ਗਲਤੀ ਹੋ ਗਈ। ਤੇ ਉਹ ਪਹਿਲਿਆਂ ਸਮਿਆਂ 'ਚ ਨਾ ਗੋਤਾਖੋਰ ਹੁੰਦੇ ਸੀ ਪਿੰਡਾਂ 'ਚ। ਜੇ ਕਿਸੇ ਦੀ ਕੋਈ ਬਾਲਟੀ ਪਾਣੀ ਕੱਢਦੇ ਆ ਜਾਂ ਘੜਾ ਪਾਣੀ ਕੱਢਦੇ ਆ ਡਿੱਗ ਜੇ ਤੇ ਉਹ ਚੁੱਭੀ ਲਾ ਕੇ ਤੇ ਕੱਢਦੇ ਹੁੰਦੇ ਸੀ, 1-2 ਪੈਸੇ ਲੈ ਕੇ ਤੇ ਫਿਰ ਕੱਢ ਦਿੰਦੇ ਹੁੰਦੇ ਸੀ। ਉੱਥੇ ਗੋਤਾਖੋਰ ਜਿਹੜਾ ਸੀ ਉਹ ਮੰਗਾਇਆ। ਉਹਨੂੰ ਕਹਿੰਦੇ ਵੀ ਲੋਟਾ ਕੱਢਣਾ ਕਿੰਨੇ ਪੈਸੇ ਲਏਗਾ? ਉਹ ਕਹਿੰਦਾ ਮੈਂ 2 ਪੈਸੇ ਲਊਂਗਾ, ਕੱਢ ਦੇਣਾ। ਤੇ ਗਿਆਨੀ ਜੀ ਕਹਿੰਦੇ ਵੀ ਗੋਤਾਖੋਰ ਨੂੰ, ਕਹਿੰਦੇ ਵੀ ਮੈਂ ਤੈਨੂੰ 5 ਰੁਪਈਏ ਦਊਂਗਾ, ਪਰ ਲੋਟਾ ਤੂੰ ਮੇਰੇ ਮੁਤਾਬਕ ਕੱਢਣਾ ਵਾ ਜਿੱਦਾਂ ਮੈਂ ਕਹੂੰਗਾ। ਕਹਿੰਦਾ ਮਹਾਰਾਜ 5 ਰੁਪਈਏ? 5 ਰੁਪਈਏ ਉਹਨਾਂ ਸਮਿਆਂ 'ਚ ਬਹੁਤ ਹੁੰਦੇ ਸੀ। ਕਹਿੰਦਾ ਵੀ ਮਹਾਰਾਜ ਜਿੱਦਾਂ ਕਹੋਗੇ ਕੱਢ ਦਾਂਗੇ। ਕਹਿੰਦੇ ਪੈਸੇ ਤੈਨੂੰ ਪਹਿਲੋਂ ਦੇ ਦਿੰਦਾ। ਕਹਿੰਦਾ ਮਹਾਰਾਜ ਤੁਸੀਂ ਜਿੱਦਾਂ ਕਹੋ ਉਦਾਂ ਕੱਢ ਦਾਂਗੇ, ਤੁਸੀਂ ਦਓ 5 ਰੁਪਈਏ। 5 ਰੁਪਈਏ ਫੜਾ ਤੇ। ਕਹਿੰਦੇ ਦੱਸੋ ਕਿੱਦਾਂ ਕੱਢਣਾ? ਕਹਿੰਦੇ ਜਦੋਂ ਤੂੰ ਚੁੱਭੀ ਮਾਰ ਲੇਗਾ ਨਾ, ਲੋਟੇ ਨੂੰ ਤੇਰਾ ਹੱਥ ਪੈ ਜਾਏਗਾ, ਪਹਿਲਾਂ ਮੈਨੂੰ ਆਵਾਜ਼ ਦੇ ਕੇ ਦੱਸੀ ਵੀ ਲੋਟਾ ਲੱਭ ਗਿਆ ਵਾ, ਫੇਰ ਲੋਟਾ ਕੱਢਣਾ ਵਾ। ਉਹ 5 ਰੁਪਈਏ ਉਹਨੇ ਅੱਗੇ ਸੁੱਟ ਤੇ। ਕਹਿੰਦਾ ਇਹ ਏਦਾਂ ਨੀ ਨਿਕਲਦਾ ਲੋਟਾ, ਮੈਥੋਂ ਨੀ। ਕਹਿੰਦਾ ਉੱਥੇ ਕਹਿੰਦਾ ਕੀ ਗੱਲ ਤੂੰ ਆਵਾਜ਼ ਹੀ ਦੇਣੀ ਆ? ਕਹਿੰਦਾ ਜਦੋਂ ਮੈਂ ਟੁੱਬੀ ਮਾਰੀ ਹੋਊਗੀ ਤੇ ਆਵਾਜ਼ ਕਿੱਦਾਂ ਦਊਂਗਾ? ਪਾਣੀ 'ਚ ਟੁੱਬੀ ਮਾਰ ਕੇ ਮੈਂ ਆਵਾਜ਼ ਥੋੜੀ ਦੇ ਸਕਦਾ ਵਾਂ। ਉਹ ਜਿਹੜੇ ਮਹਾਤਮਾ ਸੀ ਨਾ ਸੂਰਮੇ, ਉਹਨਾਂ ਨੂੰ ਸਮਝ ਪੈ ਗਈ। ਕਹਿੰਦੇ ਗਿਆਨੀ ਇਹ ਲੋਟਾ ਤੂੰ ਪਾਣੀ 'ਚ ਸੁੱਟਿਆ, ਉਹਨੂੰ ਗੋਤੇ ਨੂੰ ਖੋਰ ਨੂੰ ਨੀ ਕਹਿ ਰਿਹਾ, ਤੂੰ ਮੈਨੂੰ ਰਮਜ ਮਾਰੀ ਆ। ਤੇ ਗੱਲ ਉਹਨਾਂ ਨੂੰ ਫਿਰ ਸਮਝ ਲੱਗ ਗਈ। ਜਿਹੜਾ ਬ੍ਰਹਮ 'ਚ ਹੀ ਇੱਕਮਿਕ ਹੋ ਜੇ ਨਾ, ਉਹ ਮੁੜ ਕੇ ਕਹਿ ਨਹੀਂ ਸਕਦਾ ਵਾਪਸ ਕਿ ਅਹੰ ਬ੍ਰਹਮਸਮੀ। ਕਿਹਨੂੰ ਕਹੂਗਾ? ਜੇ ਕੋਈ ਬ੍ਰਹਮ ਤੋਂ ਭਿੰਨ ਕੁਛ ਦਿਸਦਾ ਹੋਊ ਤਾਂ ਫੇਰ ਹੀ ਕਹੂਗਾ ਨਾ। ਬ੍ਰਹਮ ਤੋਂ ਭਿੰਨ ਤੇ ਕੁਛ ਵੀ ਨਹੀਂ ਹੈਗਾ। ਜਿਹੜਾ ਕਹਿਣਾ ਨਾ ਅਹੰ ਬ੍ਰਹਮਸਮੀ, ਵੀ ਮੈਂ ਬ੍ਰਹਮ ਆ, ਹੈ ਇਹ ਸੱਤ, ਪਰ ਅਗਿਆਨ ਕਾਲ 'ਚ ਨਹੀਂ ਕਹਿ ਸਕੀਦਾ। ਜਿਹੜੇ ਸੱਚਮੁੱਚ ਬ੍ਰਹਮ ਹੋ ਗਏ ਉਹ ਨਿਰੰਕਾਰ ਦੇ ਦਾਸ ਬਣ ਗਏ, ਸੇਵਕ ਬਣ ਗਏ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਜਿਹੜਾ ਸਿਧਾਂਤ ਹੈ। ਨਹੀਂ ਤਾਂ ਵੇਦਾਂ ਸ਼ਾਸਤਰਾਂ ਦੇ ਅੰਦਰ ਤਾਂ ਇਹੀ ਦੱਸਿਆ ਜਾਂਦਾ। ਪਰ ਜਿਹੜੀ ਗੁਰਮਤ ਹੈ ਨਾ, ਗੁਰਮਤ ਮਤ ਅਚਲ ਹੈ, ਚਲਾਏ ਨਾ ਸਕਿਆ ਕੋਏ, ਇਹਨੂੰ ਕੋਈ ਚਲਾਇਮਾਨ ਨਹੀਂ ਕਰ ਸਕਦਾ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜੀਤੀ 9 ਖੰਡ ਪ੍ਰਿਥਵੀ, 9 ਖੰਡਾਂ ਦੀ ਪ੍ਰਿਥਵੀ ਦੇ ਉੱਤੇ ਦਿਗਵਜਈ ਹੋਏ ਸੱਚੇ ਪਾਤਸ਼ਾਹ ਜੀ ਮਹਾਰਾਜ। ਕੋਈ ਨਹੀਂ ਅੜਿਆ ਅੱਗੇ। ਮੱਕਾ ਮਦੀਨਾ ਨਵਾਇਕ ਹੈ, ਗੜ ਬਗਦਾਦ ਨਵਾਇਕ ਹੈ, ਮੱਕਾ ਮਦੀਨਾ ਆਣ ਨਵਾਇਆ। ਭਾਈ ਗੁਰਦਾਸ ਸਾਹਿਬ ਨੇ ਗਵਾਹੀਆਂ ਦਿੱਤੀਆਂ। ਵੇਦਾਂ ਵਿੱਚ 80,000 ਸੁਰਤੀ ਕਰਮਕਾਂਡ ਨੂੰ ਕਥਨ ਕਰਦੀ ਹੈ ਕਿ ਜਿਹੜਾ ਆਹ ਕੰਮ ਕਰੇਗਾ ਉਸਨੂੰ ਆਹ ਫਲ ਪ੍ਰਾਪਤ ਹੋਏਗਾ, ਜਿਹੜਾ ਇਹ ਕਰੇਗਾ ਉਸਦਾ ਇਹ ਫਲ ਮਿਲੇਗਾ। ਕਿਤੇ ਜੀਵ ਦਾ ਮਾਰਨਾ ਪਾਪ ਦੱਸਿਆ, ਅਤੇ ਕਿਤੇ ਜੱਗ ਵਿੱਚ ਜੀਵ ਮਾਰਨ ਦਾ ਪੁੰਨ ਦੱਸਿਆ। ਜਦੋਂ ਹਮਨ ਕਰਦੇ ਆ ਕਿ ਜਿਸ ਵਿੱਚ ਜੀਵ ਨੂੰ ਜੱਗ ਵਿੱਚ ਕਤਲ ਕੀਤਾ ਜਾਵੇ, ਉਹ 100 ਸਾਲ ਸਵਰਗ ਵਿੱਚ ਵਸ ਕੇ ਸੁੱਖ ਭੋਗਦਾ ਹੈ, ਉਹਨਾਂ ਦੇ ਕਥਨ ਮੁਤਾਬਕ ਜੋ ਉੱਥੇ ਲਿਖਿਆ। ਤਾਂ ਇਹਨਾਂ ਦਾ ਉੱਤਰ ਕਬੀਰ ਸਾਹਿਬ ਜੀ ਨੇ ਆਪਣੀ ਬਾਣੀ 'ਚ ਦਿੱਤਾ।
जी बद्धो सो धर्म कर थापहो, अधर्म कहो कत भाई। जे जी ਦਾ ਵੱਧ ਕਰਨਾ ਮਾਰਨਾ ਤੁਸੀਂ ਧਰਮ ਕਰਕੇ ਥਾਪਦੇ ਹੋ ਤੇ ਅਧਰਮ ਕਿਹਨੂੰ ਕਹੋਗੇ। ਆਪਸ ਕੋ ਮੁਨਵਰ ਕਰ ਥਾਪੋ, ਕਾ ਕੋ ਕਹੋ ਕਸਾਈ, ਫਿਰ ਕਸਾਈ ਕਿਹਨੂੰ ਕਹੋਗੇ। ਇਸ ਕਰਕੇ ਜੀਵਾਂ ਨੂੰ ਮਾਰਨ ਵਾਲੇ ਤਾਂ ਤੁਸੀਂ ਬਣੇ ਬੈਠੇ ਹੋ ਆਪ ਮੁਨੀ, ਪਰ ਕਸਾਈ ਫਿਰ ਕਿਹਨੂੰ ਕਹੋਗੇ ਨਾ। ਜਿਹੜੇ ਜੀਵ ਦਾ ਗਲਾ ਕੱਟਦੇ ਆ ਉਹਨੂੰ ਕਸਾਈ ਕਿਹਾ ਜਾਂਦਾ। ਯੁਜੁਰਵੇਦ ਵਿੱਚ ਜਗ ਕਰਨ ਵੇਲੇ ਹੋਰਨਾਂ ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਗੱਲਾਂ ਆਉਂਦੀਆਂ ਕਿ ਜਿਉਂਦੀ ਗਊ ਦੇ ਅੰਦਰੋਂ ਕੋਝੀ ਤਰ੍ਹਾਂ ਛੁਰੀ ਆਦਿ ਨਾਲ ਉਸਦਾ ਮਿੱਧਾ ਕੱਢ ਕੇ ਹਵਨ ਕਰੇ, ਉਹ ਗਊ 100 ਸਾਲ ਸਵਰਗ ਵਿੱਚ ਵਸਦੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਸਾਰੀਆਂ ਜਿਹੜੀਆਂ ਉਹ ਲਿਖੀਆਂ ਮਿਲਦੀਆਂ ਲਿਖਤ ਰੂਪ ਵਿੱਚ। ਵੇਦਾਂ ਵਿੱਚ ਇਸ ਪ੍ਰਕਾਰ ਦੇ ਵਾਕ ਹਨ। ਇਹ ਹਥਿਆਰਾਂ ਦੀ ਨਿਆਈ, ਹਥੌੜਿਆਂ ਦੀ ਨਿਆਈ ਹਨ। ਇਹਨਾਂ ਨੂੰ ਸੁਣ ਕੇ ਚਿੱਤ ਡੋਲੇ ਨਾ, ਭਟਕੇ ਨਾ, ਸਤਿਗੁਰੂ ਜੀ ਦੇ ਉਪਦੇਸ਼ ਵਿੱਚ ਕਾਇਮ ਰਹੇ। ਨਾਨਾ ਪ੍ਰਕਾਰ ਦੀ ਉਪਾਸਨਾ ਵਿੱਚ, ਇਹ ਨਹੀਂ ਕਿ ਕਦੇ ਸਿੱਖੀ ਦਾ ਉਪਦੇਸ਼ ਛੱਡ ਕੇ ਫਿਰ ਸੂਰਜ ਨੂੰ ਪਾਣੀ ਚੜਾਉਣ ਲੱਗ ਜੇ, ਕਦੇ ਚੰਦਰਮਾ ਦੀ ਪੂਜਾ ਕਰਨ ਲੱਗ ਜੇ, ਕਦੇ ਸੀਤਲਾ ਨੂੰ ਜਜਣ ਲੱਗ ਜੇ, ਗਣੇਸ਼ ਦੀ ਪੂਜਾ ਕਰੇ। ਇਹਨਾਂ ਨੂੰ ਸਤਿਗੁਰੂ ਜੀ ਮਾੜਾ ਨਹੀਂ ਕਹਿੰਦੇ ਗਰੀਬ ਨਵਾਜ, ਪਰ ਸਤਿਗੁਰੂ ਜੀ ਕਹਿੰਦੇ ਆ ਭਾਈ ਤੇਰਾ ਇਸ਼ਟ ਦੇਵ, ਜੇ ਤੂੰ ਪਰਮੇਸ਼ਰ ਤੱਕ ਪਹੁੰਚਣਾ ਤੇ ਫਿਰ ਅਕਾਲ ਪੁਰਖ ਵਾਹਿਗੁਰੂ ਨਾਲ ਜੁੜ। ਜਿਹੜਾ ਜੈਸਾ ਸੇਵਾ ਤੈਸੋ ਹੋਵੇ, ਜਿਸ ਤਰ੍ਹਾਂ ਦੀ ਸੇਵਾ ਕਰਦਾ, ਜਿਹਦਾ ਸੇਵਨ ਕਰਦਾ, ਉਹਦਾ ਉਸ ਤਰ੍ਹਾਂ ਦਾ ਹੀ ਉਹ ਬਣ ਜਾਂਦਾ ਹੈ। ਜਿਹੜੇ ਨਾਨਾ ਪ੍ਰਕਾਰ ਦੇ ਇਹ ਉਪਦੇਸ਼ ਸੁਣਨੇ, ਉਹਨਾਂ ਦੇ ਨਾਲ ਚਿੱਤ ਦੀ ਇਕਾਗਰਤਾ ਨਹੀਂ ਬਣਦੀ। ਸਤਿਗੁਰੂ ਜੀ ਕਹਿੰਦੇ ਆ ਵੇਦਾਂ ਰੂਪੀ ਹਥਿਆਰ ਹਥੌੜੇ ਵੱਜਣ, ਪਰ ਮਤ ਨੂੰ ਅਹਰਣ ਦੀ ਤਰ੍ਹਾਂ ਅਚਲ ਬਣਾਓ। ਕਬੀਰ ਸਾਹਿਬ ਜੀ ਵੀ ਕਹਿੰਦੇ ਆ ਕਰਮ ਅਕਰਮ ਵਿਚਾਰੀਐ, ਸ਼ੰਕਾ ਸੁਣ ਵੇਦ ਪੁਰਾਣ। ਵੇਦਾਂ ਪੁਰਾਣਾਂ ਨੂੰ ਸੁਣ ਕੇ ਫਿਰ ਸ਼ੰਕੇ ਪੈ ਜਾਂਦੇ ਆ। ਸੰਸਾ ਸਦ ਹਿਰਦੈ ਵਸੈ, ਕੌਣ ਹਿਰੈ ਅਭਿਮਾਨ। ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਦਿਲ ਦਾ ਫਿਕਰ ਨਹੀਂ ਨਾਸ ਹੁੰਦਾ। ਤੇ ਕਬੀਰ ਜੀ ਕਹਿੰਦੇ ਨੇ ਕਹਿਤ ਕਬੀਰ ਭਲੇ ਅਸਵਾਰਾ, ਵੇਦ ਕਤੇਬ ਤੇ ਰਹੇ ਨਿਰਾਰਾ। ਵੇਦਾਂ ਤੇ ਕਤੇਬਾਂ ਦੀਆਂ ਨਾਨਾ ਪ੍ਰਕਾਰ ਦੀਆਂ ਗੱਲਾਂ ਤੋਂ ਚਿੱਤ ਨੂੰ ਨਿਰਾਰਾ ਰੱਖੇ। ਇਸ ਪ੍ਰਕਾਰ ਵੇਦ ਦੇ ਹਥਿਆਰ ਹਥੌੜੇ ਅਨੇਕਾਂ ਪ੍ਰਕਾਰ ਦੇ ਪੈਂਦੇ ਹਨ। ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ। ਇਸ ਗੱਲ ਨੂੰ ਸੁਣ ਕੇ ਕਈ ਇਉਂ ਮਾਸ ਖਾਣ ਲੱਗ ਜਾਂਦੇ ਹਨ ਕਿ ਮਾਸ ਖਾਣ ਦਾ ਹੁਕਮ ਹੈ, ਪਰ ਇਹ ਨਹੀਂ ਸਮਝਦੇ ਕਿ ਪੰਕਤੀਆਂ ਵੀ ਲਿਖੀਆਂ ਭਾਓ ਮਾਸ ਆਹਾਰ, ਕਿ ਜਿਹੜਾ ਪਰਮੇਸ਼ਰ ਦਾ ਡਰ ਧਾਰਨ ਕਰਨਾ ਨਾ, ਇਹ ਮਾਸ ਦਾ ਭੋਜਨ। ਮਹਾਰਾਜ ਜੀ ਨੇ ਆਖਿਆ ਨਾ, ਕੌਣ ਮਾਸ ਕੌਣ ਸਾਗ ਕਹਾਵੈ, ਕਿਸ ਮਹਿ ਪਾਪ ਸਮਾਣੇ। ਤੋ ਇਹ ਅੱਜ ਕੱਲ ਵੀ ਕੰਟਰੋਵਰਸੀ ਦਾ ਵਿਸ਼ਾ ਬਣ ਜਾਂਦਾ, ਪਰ ਗਿਆਨ ਅਰੂੜ ਹੋਣ ਵਾਸਤੇ ਸਤਿਗੁਰੂ ਜੀ ਸਿੱਖਿਆ ਦਿੰਦੇ ਮਹਾਰਾਜ ਸੱਚੇ ਪਾਤਸ਼ਾਹ। ਕਿੰਨਾ ਹਾਲਤਾਂ ਵਿੱਚ ਪਾਪ ਨਹੀਂ ਰਹਿੰਦਾ ਤੇ ਕਿਸ ਹਾਲਾਤ ਵਿੱਚ ਪਾਪ ਹੈ, ਉਹ ਸਾਨੂੰ ਧਰਮ ਸਿੱਖਿਆ ਦਿੰਦਾ ਹੈ। ਜ਼ਬਾਨ ਦੇ ਸਵਾਦ ਵਾਸਤੇ ਤੇ ਆਪਣੇ ਨਿੱਜੀ ਪ੍ਰਯੋਜਨ ਨੂੰ ਪੂਰੀਆਂ ਕਰਨ ਵਾਸਤੇ ਜਿਹੜੀਆਂ ਕੋਈ ਰਵਾਇਤਾਂ ਨੇ, ਉਹਨਾਂ ਦੀ ਆੜ ਥੱਲੇ ਆਪਣਾ ਜਿਹੜਾ ਹੈ ਉਹ ਜ਼ਬਾਨ ਦਾ ਸਵਾਦ ਪੂਰਾ ਕਰੀਏ। ਤੇ ਉਸ ਵਾਸਤੇ ਸਤਿਗੁਰੂ ਜੀ ਕਹਿੰਦੇ ਆ ਭਾਈ
ਉਹ ਫਿਰ ਰਸਾਂ ਕਸਾਂ 'ਚ ਹੀ ਮਨ ਫਸ ਜਾਂਦਾ ਹੈ। ਇਸ ਕਰਕੇ ਨਾਨਾ ਪ੍ਰਕਾਰ ਦੇ ਜਿਹੜੇ ਵਾਕ ਹੈ, ਹਥੌੜਿਆਂ ਤੇ ਹਥਿਆਰਾਂ ਦੇ ਵੱਜਣ ਕਰਕੇ ਵੀ ਮਤ ਨੂੰ ਅਹਿਰਨ ਵਾਂਗ ਅਚਲ ਰੱਖਣਾ, ਸੁਣ ਕੇ ਚਿੱਤ ਡੋਲਣ ਨਹੀਂ ਦੇਣਾ, ਸਤਿਗੁਰੂ ਜੀ ਦੇ ਵਾਕਾਂ ਤੇ ਪੂਰਨ ਭਰੋਸਾ ਰੱਖਣਾ, ਇਹ ਅਹਿਰਨ ਹੈ ਜਿਸ ਦੇ ਉੱਪਰ ਬ੍ਰਹਮ ਗਿਆਨ ਰੂਪੀ ਗਹਿਣਾ ਘੜਨਾ ਹੈ। ਭਉ ਖੱਲਾ, ਲੋਹਾਰ ਦੇ ਪਾਸ ਚਮੜੇ ਦੀਆਂ 2 ਫੂਕਣੀਆਂ ਜਿਹੜੀਆਂ ਭਾਵ ਧੌਂਕਣੀਆਂ ਹੁੰਦੀਆਂ ਹਨ। ਸੁਨਿਆਰੇ ਪਾਸ ਇੱਕੋ ਹੀ ਖੱਲਾ ਭਾਵ ਫੂਕਣੀ ਹੁੰਦੀ ਹੈ। ਖੱਲਾਂ ਬਿੰਦੀ ਲਾ ਕੇ ਨਹੀਂ, ਉਦਣ ਪਾਠ ਦਾ ਕੱਲ ਉਚਾਰਨ ਦੱਸਿਆ, ਤੇ ਖੱਲਾ ਭਾਵ ਫੂਕਣੀ, ਜਿਸ ਨਾਲ ਹਵਾ ਮਾਰ ਕੇ ਅੱਗ ਤੇਜ਼ ਕਰਦਾ ਹੈ। ਜੇ 2 ਹੁੰਦੇ ਤਾਂ ਫਿਰ ਖੱਲਾਂ ਬਿੰਦੀ ਲਾ ਕੇ ਕਹਿੰਦੇ, ਪਰ ਸੁਨਿਆਰੇ ਕੋਲ ਜਿਹੜਾ ਇੱਕੋ ਹੱਥ ਨਾਲ ਹੀ ਉਹ ਹਿਲਾ ਕੇ ਅੱਗ ਨੂੰ ਤਪਾਉਂਦਾ ਹੈ। ਇਉਂ ਪਰਮੇਸ਼ਰ ਦਾ ਜਿਹੜਾ ਚਿੰਤਨ ਕਰਨ ਰੂਪ ਹਵਾ ਦੇਵੇ ਅਤੇ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਅੰਦਰ ਬਾਹਰ ਜਾਣਨਾ, ਭੈ ਧਾਰ ਕੇ ਸੰਕਲਪ ਨਾ ਫੁਰਨ ਦੇਣਾ, ਐਸਾ ਭੈ ਦਾ ਖੱਲਾ, ਭੈ ਦੀ ਫੂਕਣੀ, ਭਉ ਡਰ, ਜਿਹੜੀ ਉਹ ਅੱਗ ਨੂੰ ਤਪਾਉਂਦੀ ਹੈ ਨਾ ਫੂਕਣੀ, ਉਹ ਕਿਹੜੀ ਆ? ਡਰ ਦੀ, ਵਾਹਿਗੁਰੂ ਕੋਲੋਂ ਡਰਨਾ। ਅੰਦਰ ਬਾਹਰ ਇੱਕੋ ਰਸ ਨੂੰ ਸਮਝਣਾ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਿਆ ਭਰਪੂਰ, ਸਭ ਕੁਛ ਸੁਣਦਾ ਵੇਖਦਾ, ਕਿਉਂ ਮੁੱਕਰ ਪਿਆ ਜਾਏ। ਉਹ ਜਿੱਦਾਂ ਕਬੂਤਰ ਵਾਲੀ ਸਾਖੀ ਸ਼ਾਇਦ ਤੁਸੀਂ ਅੱਗੇ ਸੁਣੀ ਹੋਵੇ, ਮਹਾਤਮਾ ਨੇ ਸਰੀਰ ਛੱਡਣਾ ਸੀਗਾ ਤੇ ਉਹਨਾਂ ਆਖਿਆ ਵੀ ਆਪਣੇ ਅੱਗੋਂ ਜ਼ਿੰਮੇਵਾਰੀ ਦਈਏ ਤੇ ਕਿਹੜਾ ਸੰਭਾਲੇਗਾ। ਉਹਨਾਂ ਆਖਿਆ ਪਰਖ ਲੈਣੇ ਚਾਹੀਦੇ ਆ। ਉਹਨਾਂ ਨੇ ਕਿਹਾ ਵੀ ਆ ਦੋਵੇਂ ਇੱਕ ਇੱਕ ਕਬੂਤਰ ਲੈ ਜਾਓ, ਜਿਹੜਾ ਪਹਿਲਾਂ ਮਾਰ ਕੇ ਲਿਆਊਗਾ ਉਹਨੂੰ ਆਪਣੀ ਦਸਤਾਰ ਦਿਆਂਗੇ। ਤੇ ਇੱਕ ਗੱਲ ਆ ਵੀ ਕਬੂਤਰ ਮਾਰਨਾ ਉੱਥੇ ਆ ਜਿੱਥੇ ਕੋਈ ਨਾ ਵੇਖਦਾ ਹੋਏ। ਇੱਕ ਨੇ ਤੇ ਜਰਾ ਕੋਲੇ ਹੋ ਕੇ ਮਰੋੜੀ ਉਹਦੀ ਧੌਣ ਤੇ ਆ ਗਿਆ, ਕਹਿੰਦਾ ਮਹਾਰਾਜ ਮੈਂ ਪਹਿਲੋਂ ਆ ਗਿਆ, ਮੈਨੂੰ ਦਿਓ ਦਸਤਾਰ। ਕਹਿੰਦੇ ਕੋਈ ਨਹੀਂ ਉਡੀਕ ਲਾ, ਦੂਜਾ ਵੀ ਆਉਂਦਾ। ਉਹ ਦੂਜਾ ਗਿਆ, ਉਹ ਕਹਿੰਦਾ ਮਹਾਂਪੁਰਖ ਆਖਿਆ ਜਿੱਥੇ ਕੋਈ ਨਾ ਵੇਖਦਾ ਮੈਂ ਵੇਖਦਾ, ਕਬੂਤਰ ਵੇਖਦਾ ਮੈਨੂੰ, ਆਪਣੀ ਅੱਖਾਂ ਤੇ ਪੱਟੀ ਬੰਨਦਾ, ਫਿਰ ਕਬੂਤਰ ਨੇ ਬੰਨਦਾ। ਫਿਰ ਕਹਿੰਦਾ ਕਿ ਮਨ 'ਚ ਸੋਚਦਾ ਮੈਨੂੰ ਕਿਹੜੀ ਸੱਤਾ ਦੇ ਰਹੀ ਹੈ ਸੰਦੇਸ਼ ਕਿ ਕਬੂਤਰ ਹੈ, ਇਹਨੂੰ ਫੜ ਮਰੋੜ ਦੇ। ਫਿਰ ਉਹਨੇ ਓਲੇ ਹੋ ਕੇ ਬੜੇ ਪਰਦਿਆਂ 'ਚ ਜਾ ਕੇ ਪਰ ਕਬੂਤਰ ਨੂੰ ਮਾਰ ਨਾ ਸਕਿਆ। ਉਹਦੇ ਮਨ 'ਚ ਖਿਆਲ ਆ ਗਿਆ ਵੀ ਪਰਮੇਸ਼ਰ ਤੋਂ ਓਲੇ ਤਾਂ ਕਿਤੇ ਵੀ ਨਹੀਂ ਜਾਇਆ ਜਾ ਸਕਦਾ। ਉਹਨੇ ਆ ਕੇ ਕਬੂਤਰ ਜਿੰਦਾ ਹੀ ਆ ਕੇ ਭੇਟਾ ਕੀਤਾ ਤੇ ਮੱਥਾ ਟੇਕਿਆ, ਕਹਿੰਦਾ ਮਹਾਰਾਜ ਮੈਥੋਂ ਕਬੂਤਰ ਨਹੀਂ ਮਾਰ ਸਕਿਆ ਮੈਂ, ਕਿਉਂਕਿ ਇਹੋ ਜਿਹੀ ਕੋਈ ਥਾਂ ਨਹੀਂ ਜਿੱਥੇ ਵਾਹਿਗੁਰੂ ਨਹੀਂ ਵੇਖਦੇ। ਮਹਾਤਮਾ ਕਹਿੰਦੇ ਭਾਈ ਅਸੀਂ ਤੈਨੂੰ ਹੀ ਚੁਣਨਾ ਸੀ। ਉਹ ਕਹਿੰਦਾ ਮਹਾਰਾਜ ਮੈਂ ਪਹਿਲੋਂ ਮਾਰ ਕੇ ਲਿਆਇਆ। ਦੂਜਾ ਕਹਿੰਦਾ ਜਿਹੜਾ, ਉਹ ਕਹਿੰਦੇ ਵੀ ਤੂੰ ਅੱਜ ਕਬੂਤਰ ਦੀ ਧੌਣ ਮਰੋੜੀ, ਕੱਲ ਸਾਡੀ ਮਰੋੜੇਗਾ, ਚੱਲ ਭੱਜਾ। ਉਹ ਨਿਸ਼ਚਾ ਕਰਨਾ ਚਾਹੁੰਦੇ ਸੀ ਨਾ, ਵੇਖਣਾ ਚਾਹੁੰਦੇ ਸੀ ਜਿਹੜਾ ਪਰਮੇਸ਼ਰ ਦਾ ਭੈ ਧਾਰਨ ਕਰਨਾ ਨਾ ਹਿਰਦੇ ਦੇ ਅੰਦਰ, ਵਾਹਿਗੁਰੂ ਦਾ ਡਰ ਧਾਰਨ ਕਰਨਾ ਹੈ, ਇਹ ਖੱਲਾ ਹੈ। ਉਹ ਫੂਕਣੀ ਹੈ ਅੱਗ ਦੇ ਤਪਾਉਣ ਵਾਲੀ। ਅਗਨ ਤਪ ਤਾਓ, ਤੇ ਅਗਨੀ ਕਿਹੜੀ ਹੈ? ਤਪ ਰੂਪੀ ਅਗਨੀ। ਤਪ ਨਾਮ ਹੈ ਚਿੱਤ ਦੀ ਇਕਾਗਰਤਾ ਦਾ। ਭਰਤਰੀ ਜੀ ਨੇ ਕਿਹਾ ਤਪ ਨਾਮ ਚਿੱਤ ਕੀ ਇਕਾਗਰਤਾ ਕੋ ਜਾਨੀ ਹੈ। ਜਿਹਦਾ ਮਨ ਨਹੀਂ ਇਕਾਗਰ ਹੋਇਆ ਉਹ ਵਿਚਾਰਾ ਚੌਂਕੜਾ ਲਾ ਕੇ ਤਪ ਵੀ ਕੀ ਕਰ ਲੇਗਾ। ਇਸ ਕਰਕੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੰਦਰ ਚਿੱਤ ਦੀ ਇਕਾਗਰਤਾ ਜਿਹੜੀ ਹੈ ਨਾ ਵਾਹਿਗੁਰੂ ਨਾਮ ਵਿੱਚ ਹੋ ਜਾਣੀ, ਇਹਨੂੰ ਤਪ ਕਿਹਾ ਮਹਾਰਾਜ ਨੇ। ਮਨ ਨੂੰ ਇਕਾਗਰ ਕਰਨ ਰੂਪ ਅਗਨੀ ਜਿਹੜੀ ਹੈ ਉਹ ਪ੍ਰਚੰਡ ਕਰੇ। ਇਸ ਅਗਨੀ ਨੂੰ ਭੈ ਦੀ ਖੱਲਾ ਭਾਵ ਭੈ ਦੀ ਜਿਹੜੀ ਆ ਉਹ ਧੌਂਕਣੀ ਨਾਲ ਜਦੋਂ ਭਖਾਵੇ ਅੱਗ ਨੂੰ, ਤੇ ਸੱਤ ਤੇ ਅਸੱਤ ਦਾ ਨਿਰਣਾ ਰੂਪ ਜਿਹੜਾ ਨਾ ਅਭਿਆਸ ਰੂਪੀ ਹਵਾ ਦੇ ਕੇ ਤਾਉਣਾ ਹੈ। ਅਭਿਆਸ ਕਰ ਕਰਕੇ ਸਾਰ ਗਹਿਣਾ ਰੂਪ ਗ੍ਰਹਿਣ ਕਰਨ ਰੂਪ ਇਸ ਦਾ ਤਾਉਣਾ ਹੈ। ਭਾਵ ਅਸਾਰ ਨੂੰ ਤਿਆਗਣਾ ਤੇ ਸਾਰ ਨੂੰ ਗ੍ਰਹਿਣ ਕਰਨਾ। ਸਾਰ ਕੀ ਹੈ?
वाहिगुरु दा नाम। असार की है संसार, इनमें कस साचो नहीं नानक बिन भगवान। सत ते असत दा निर्णय करे कि सच की है ते झूठ की है। फिर भांडा भाओ अमृत ते ढाल। सतगुरां ते वाहिगुरु दा जो भाव प्रेम है, इस नूं भांडा की कुठाली बनाउणा करे। प्रेम दा जिहड़ा प्रेम है ना, महाराज जी नाल प्रेम लग जाना, ये कुठाली है, वो भांडा है। बर्तन जिहदे विच सोने नूं पा के मैल्ट करदे आ, ये प्रेम दा भांडा है। अमृत ते ढाल, सच्चे पातशाह जी महाराज जी ने इस पौड़ी विच जितने शुभ कर्म कहे ਹਨ, ਉਹਨਾਂ ਨੂੰ ਕਮਾਉਂਦਿਆਂ ਹੋਇਆਂ ਹੰਕਾਰ ਨਾ ਕਰੇ। ਸਤਿਗੁਰਾਂ ਦੇ ਪ੍ਰੇਮ ਵਿੱਚ ਨਿਮਰਤਾ ਸ਼ਰਧਾ ਸਹਿਤ ਰਹੇ। ਇਹ ਪ੍ਰੇਮ ਰੂਪੀ ਭਾਂਡਾ ਬਣਾਉਣਾ ਕਰੇ। ਪ੍ਰੇਮ ਦਾ ਭਾਂਡਾ ਚਾਹੀਦਾ। ਤੇ ਜਦੋਂ ਫਿਰ ਉਹਦੇ ਵਿੱਚ ਢਾਲਣਾ ਕੀ ਹੈ, ਅੰਮ੍ਰਿਤ ਤੇ ਢਾਲ। ਤਿਤ ਤਿਸ ਪ੍ਰੇਮ ਰੂਪੀ ਭਾਂਡੇ ਵਿੱਚ ਅੰਮ੍ਰਿਤ ਸਤਿਗੁਰਾਂ ਦਾ ਉਪਦੇਸ਼ ਨਾਮ ਰੂਪੀ ਸੋਨਾ ਢਾਲੇ ਭਾਵ ਪ੍ਰਾਪਤ ਕਰੇ। ਮਹਾਰਾਜ ਦਾ ਅੰਮ੍ਰਿਤ ਨਾਮ ਪ੍ਰੇਮ ਰੂਪੀ ਕੁਠਾਲੀ ਚ ਪਾ ਕੇ ਢਾਲਣਾ ਕੀ ਹੁੰਦਾ, ਪ੍ਰਾਪਤ ਕਰਨਾ। ਰੋਮ ਰੋਮ ਵਿੱਚ ਨਾਮ ਵਸਣਾ, ਸਵਾਸਾਂ ਵਿੱਚ ਨਾਮ ਵਸ ਜਾਣਾ। ਘੜੀਐ ਸ਼ਬਦ ਸੱਚੀ ਟਕਸਾਲ, ਜਿਵੇਂ ਪਾਤਸ਼ਾਹ ਦੀ ਟਕਸਾਲ ਵਿੱਚ ਸੋਨੇ ਦੀਆਂ ਮੋਹਰਾਂ, ਚਾਂਦੀ ਦੇ ਰੁਪਏ ਅਤੇ ਤਾਂਬੇ ਦੇ ਪੈਸੇ ਆਦਿਕ ਸਿੱਕੇ ਘੜੇ ਜਾਂਦੇ ਹਨ। ਇਹ ਟਕਸਾਲ ਤਾਂ ਨਾਸ਼ ਹੋ ਜਾਂਦੀ ਹੈ ਨਾ, ਪਰ ਸਤਿਗੁਰੂ ਸਾਹਿਬ ਜੀ ਦੀ ਸਤਸੰਗਤ ਰੂਪੀ ਸੱਚੀ ਟਕਸਾਲ ਸਦਾ ਅਮਰ ਹੈ। ਇਸ ਵਿੱਚ ਮਿਲ ਕਰਕੇ ਗਹਿਣੀ ਸਹਿਣੀ ਰੂਪੀ ਸਿੱਕਿਆਂ ਦੀ ਸੁੰਦਰ ਘਾੜਤ ਘੜੀ ਜਾਂਦੀ ਹੈ। ਮਹਾਰਾਜ ਦੀ ਸਤਸੰਗਤ ਰੂਪੀ ਟਕਸਾਲ ਦੇ ਅੰਦਰ। ਟਕਸਾਲ ਹੁੰਦਾ ਜਿੱਥੇ ਸਿੱਕੇ ਘੜੇ ਜਾਂਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸਤਸੰਗਤ ਰੂਪੀ ਸੱਚੀ ਟਕਸਾਲ ਦੇ ਅੰਦਰ ਫਿਰ ਸੁੰਦਰ ਘਾੜਤ ਘੜੀ ਜਾਂਦੀ ਹੈ। ਕਹਿਣੀ ਦੇ ਪੂਰੇ ਹੋ ਜਾਂਦੇ ਆ। ਕਦੇ ਵੀ ਕਿਸੇ ਨੂੰ ਦੁਖਦਾਇਕ ਵਾਕ ਨਹੀਂ ਕਹਿਣਾ ਅਤੇ ਆਪ ਨੂੰ ਇੱਕ ਬਚਨ ਅਤੇ ਦੂਜੇ ਨੂੰ ਬਹੁ ਵਚਨ ਕਹਿਣਾ। ਸਦਾ ਜੋ ਸੱਚ ਬੋਲਣਾ, ਇਹੀ ਸੱਚੀ ਕਹਿਣੀ ਸਿੱਖਣੀ ਹੈ। ਜਿਹੜਾ ਆਪਣੇ ਨੂੰ ਆਪਣੇ ਆਪ ਨੂੰ ਕਈ ਬੋਲਣਾ ਹੁੰਦਾ ਨਾ, ਅਸੀਂ ਏਦਾਂ ਬੋਲਦੇ, ਤੇ ਦੂਸਰੇ ਨੂੰ ਬੋਲਣਾ ਤੂੰ ਤੂੰ, ਇਹ ਨਹੀਂ ਕਹਿਣੀ ਮਿੱਠੀ ਹੋਣੀ ਚਾਹੀਦੀ ਹੈ। ਆਪਣੇ ਵਾਸਤੇ ਇੱਕ ਵਚਨ ਬੋਲਣਾ ਚਾਹੀਦਾ, ਦੂਜੇ ਨੂੰ ਬਹੁ ਵਚਨ ਬੋਲਣਾ ਚਾਹੀਦਾ, ਸਤਿਕਾਰ ਦਾ ਵਾਕ ਬੋਲਣਾ ਚਾਹੀਦਾ। ਇਹ ਜਿਹਦਾ ਸਤਸੰਗਤ ਰੂਪੀ ਟਕਸਾਲ ਚ ਪੈ ਕੇ ਘੜ ਜਾਂਦਾ ਨਾ, ਮਨ ਘੜਿਆ ਜਾਂਦਾ, ਉਹਨੂੰ ਪਤਾ ਲੱਗਦਾ, ਉਹਦੀ ਕਹਿਣੀ ਚ ਤਬਦੀਲੀ ਆ ਜਾਂਦੀ ਹੈ। ਜਦੋਂ ਕਈ ਵਾਰੀ ਜਥੇ ਸੰਗਤ ਚ ਨਵੇਂ ਸਿੰਘ ਆਉਂਦੇ ਹੁੰਦੇ ਸੀ, ਉਹ ਜਦੋਂ ਬੋਲਦੇ ਹੁੰਦੇ ਤੇ ਕਈ ਵਾਰੀ ਸਿੰਘ ਹੱਸਦੇ ਹੁੰਦੇ ਸੀ, ਜਿਹੜੇ ਸਤਸੰਗੀ ਰੋਜ਼ ਦੇ। ਉਹਨਾਂ ਨੇ ਜਿੱਦਾਂ ਰਫ ਤੂੰ ਓਏ ਕੀ ਬੋਲਦਾ ਓਏ, ਉਹ ਜਿੱਦਾਂ ਰਫ ਬੋਲੀ ਹੁੰਦੀ ਹੈ ਨਾ, ਤਾਂ ਜਦੋਂ ਹੌਲੀ ਹੌਲੀ ਫਿਰ ਸੰਗਤ ਕਰਦੇ ਆ, ਸਾਲ 2 ਸਾਲ, ਉਹ ਫਿਰ ਬੋਲੀ ਚ ਵੀ ਫਰਕ ਪੈ ਜਾਂਦਾ। ਮੁੱਖ ਤੋਂ ਬੁਰੇ ਵਚਨ ਕਹਿਣੇ ਵਿਸਰ ਹੀ ਜਾਂਦੇ ਆ। ਗਾਲਾਂ ਆਦਿ ਕੱਢਣੀਆਂ ਤਾਂ ਦੂਰ ਦੀ ਗੱਲ, ਕੋਈ ਕਿਸੇ ਪ੍ਰਕਾਰ ਦਾ ਫਿੱਕਾ ਬੋਲ ਵੀ ਨਹੀਂ ਮੂੰਹ ਤੋਂ ਨਿਕਲਦਾ। ਤੇ ਸਹਿਣੀ ਹੁੰਦੀ ਹੈ ਦੂਜੇ ਦੇ ਦੁਖਦਾਇਕ ਕੌੜਾ ਕਿਹਾ ਹੋਇਆ ਸਹਾਰਨਾ। ਅੱਗੋਂ ਕਹਿਣਾ ਭਲਾ ਜੀ, ਭੁੱਲ ਗਏ ਜੀ, ਮਾਫੀ ਦੇਣੀ ਜੀ, ਇਹ ਆਦਿਕ ਵਚਨ ਕਹਿਣੇ, ਸਹਾਰ ਲੈਣਾ। ਤੇ ਤੀਸਰੀ ਹੁੰਦੀ ਬਹਿਣੀ, ਜਦੋਂ ਘਾੜਤ ਘੜੀ ਜਾਂਦੀ ਹੈ। ਸਾਧ ਸੰਗਤ ਵਿੱਚ ਚੌਂਕੜੀ ਮਾਰ ਕੇ ਪ੍ਰੇਮ ਨਾਲ ਬੈਠਣਾ ਚਾਹੀਦਾ। ਜਦੋਂ ਕਈ ਪੈਰਾਂ ਭਾਰ ਬਹਿ ਜਾਂਦੇ ਆ, ਉਹ ਪੈਰਾਂ ਭਾਰ ਨਹੀਂ ਬਹਿਣਾ, ਜਾਂ ਕਈ ਢੋਲ ਆ ਕੇ, ਤੇ ਕਈ ਪੁੱਠੇ ਸਿੱਧੇ ਹੁੰਦੇ ਕਿਉਂਕਿ ਸਰੀਰ ਨਹੀਂ ਉਦਾਂ ਦੇ ਰਹਿ ਗਏ। ਇਉਂ
ਹੰਕਾਰ ਦਾ ਕੋਈ ਵੀ ਜਿਹੜਾ ਵਾਚਕ ਹੈ ਨਾ, ਉਹ ਸੰਗਤ ਵਿੱਚ ਕਿਤੇ ਲੱਤ ਤੇ ਲੱਤ ਰੱਖ ਕੇ ਬਹਿਣਾ ਜਾਂ ਕੁਰਸੀ ਤੇ ਬਹਿਣਾ, ਕਿਉਂਕਿ ਕਈ ਪ੍ਰਕਾਰ ਇਹਨਾਂ ਦੇਸ਼ਾਂ ਵਿੱਚ ਉਹ ਕਹਿੰਦੇ ਗੋਡੇ ਖਰਾਬ ਹੈ, ਜਾਂ ਦੇਖੋ ਜਦੋਂ ਹੋਰਨਾਂ ਕਾਰਜਾਂ ਵਾਸਤੇ ਚਲੋ ਜਿਹੜੇ ਤਾਂ ਅਪਾਹਜ ਵਾ ਉਹ ਤਾਂ ਬਹਿ ਲੈਣ ਹਨਾ, ਤੇ ਪਰ ਜਿਹਨਾਂ ਦੇ ਠੀਕ ਆ ਸਰੀਰ ਉਹ ਵੀ ਬੈਠੇ ਹੁੰਦੇ ਆ। ਗੁਰਮੁਖਾਂ ਦੀ ਜਿਹੜੀ ਬਹਿਣੀ ਆ ਨਾ, ਇਹ ਵੀ ਸਿੱਧੀ ਰੀੜ ਦੀ ਹੱਡੀ ਐਨ ਚੌਂਕੜਾ ਲਾ ਕੇ ਤੇ ਇਕਾਗਰ ਚਿੱਤ ਹੋ ਕੇ ਸ਼ਬਦ ਵਿੱਚ ਜੁੜਦੇ ਆ। ਜਿਹੜਾ ਗੋਡਿਆਂ 'ਚ ਸਿਰ ਪਾ ਕੇ ਬਹਿ ਜਾਣਾ, ਉਹ ਤਾਂ ਫਿਰ ਜਿੱਦਾਂ ਅਫਸੋਸ ਵਾਲੇ ਥਾਂ ਤੇ ਨਹੀਂ ਕੋਈ ਬੈਠੇ ਹੁੰਦੇ, ਨੀਂਦ ਹੀ ਆਈ ਹੁੰਦੀ ਹੈ, ਨੀਵੀਂ ਪਾ ਕੇ ਬੈਠੇ ਰਹਿਣਾ। ਸ਼ਬਦ ਦੇ ਪ੍ਰਸਾਦ ਦੇ ਵੇਲੇ ਜਦੋਂ ਸ਼ਬਦ ਵਿੱਚ ਜੁੜਨ ਦਾ ਵੇਲਾ ਹੈ, ਉਦੋਂ ਨੀਵੀਂ ਪਾ ਲੈਣੀ, ਗੋਡੇ ਤਾਂ ਨੂੰ ਚੱਕ ਕੇ, ਸਾਵਧਾਨ ਨਾ ਹੋਣਾ। ਗੁਰਮੁਖਾਂ ਦੀ ਜਿਹੜੀ ਰਹਿਣੀ ਹੈ ਨਾ, ਬਹਿਣੀ ਹੈ, ਉਹ ਚੌਂਕੜਾ ਮਾਰ ਕੇ ਸ਼ਬਦ ਨੂੰ ਐਨ ਇਕਾਗਰ ਚਿੱਤ ਹੋ ਕਰਕੇ ਸੁਣਦੇ ਆ। ਰਹਿਣੀ ਸਤਿਗੁਰੂ ਜੀ ਦੇ ਰਹਿਤਨਾਮੇ ਵਿੱਚ ਜੋ ਫਰਮਾਇਆ ਹੈ, 5 ਕਕਾਰ ਨਾ ਕਬਹੂ ਤਿਆਗੇ, ਲੱਖ ਬਿਖ ਸਮ ਬਿਖਿਆਨ ਤੇ ਭਾਗੇ, ਵਿਸ਼ਿਆਂ ਤੋਂ ਜ਼ਹਿਰ ਸਮ ਜਾਣ ਕੇ ਵਿਸ਼ਿਆਂ ਨੂੰ ਛੱਡ ਦੇਵੇ, ਭੱਜ ਜਾਵੇ। 5 ਕਕਾਰਾਂ ਦੀ ਰਹਿਤ ਨਾ ਕਦੇ ਛੱਡੇ। ਹਰ ਵੇਲੇ ਕੇਸਾਂ ਤੇ ਦਸਤਾਰ ਰੱਖਣੀ, ਨੰਗੇ ਕੇਸੀ ਕੋਈ ਵਿਹਾਰ ਨਹੀਂ ਕਰਨਾ, ਕਿਸੇ ਦਾ ਜੂਠਾ ਨਹੀਂ ਖਾਣਾ, ਹਮੇਸ਼ਾ ਲਈ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਪਵਿੱਤਰਤਾ ਰੱਖਣੀ, ਇਹ ਰਹਿਣੀ ਸਿੱਖਣੀ। ਥੋੜਾ ਸੌਣਾ ਖਾਣਾ, ਥੋੜਾ ਬੋਲ, ਜਿਹੜਾ ਥੋੜਾ ਸੌਣਾ, ਥੋੜਾ ਖਾਣਾ, ਥੋੜਾ ਬੋਲਣ, ਗੁਰਮਤਿ ਪਾਏ। ਭਾਈ ਗੁਰਦਾਸ ਸਾਹਿਬ ਨੇ ਕਿਹਾ, ਇਸ ਪ੍ਰਕਾਰ ਇਹ ਸਤ ਸੰਗਤ ਰੂਪੀ ਸੱਚੀ ਟਕਸਾਲ ਵਿੱਚੋਂ ਸ਼ਬਦ ਗੁਰਾਂ ਦੇ ਉਪਦੇਸ਼ ਦੁਆਰਾ ਕਹਿਣੀ, ਸਹਿਣੀ, ਬਹਿਣੀ, ਰਹਿਣੀ, ਇਹ ਸੁਭ ਗੁਣਾ ਰੂਪੀ ਸਿੱਕਿਆਂ ਦੀ ਘਾਟ ਘੜੀ ਜਾਂਦੀ ਹੈ। ਗੁਰੂ ਜੀ ਦੇ ਸ਼ਬਦ ਦੁਆਰਾ ਮਨ ਨੂੰ ਪਵਿੱਤਰ ਸੁੱਧ ਕਰਨ ਰੂਪੀ ਗਹਿਣੇ ਦਾ ਘੜਨਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਜੀ ਨੂੰ ਸਿੱਧ ਕਹਿੰਦੇ ਆ, ਹੋਰ ਵੇਦਾਂ ਆਦਿਕਾਂ ਵਾਂਗ ਇਸ ਟਕਸਾਲ ਵਿੱਚ ਕੋਈ ਕੱਚੀ ਘਾਟ ਤਾਂ ਨਾ ਘੜੀ ਜਾਂਦੀ। ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਇਹ ਤਾਂ ਸੱਚ ਦੀ ਪ੍ਰਾਪਤੀ ਵਾਲੀ ਸੱਚੀ ਟਕਸਾਲ ਹੈ, ਸਾਧ ਸੰਗਤ। ਇਸ ਵਿੱਚ ਰਹਿਤ ਮਰਿਆਦਾ, ਨਿਸ਼ਕਾਮ ਕਰਮ, ਭਾਵ ਭਗਤੀ, ਉਪਾਸਨਾ ਅਤੇ ਸਰੂਪ ਦੀ ਲਖਤਾ ਰੂਪ ਗਿਆਨ ਘੜਿਆ ਜਾਂਦਾ ਹੈ। ਫਿਰ ਬੇਨਤੀ ਕਰਦੇ ਆ, ਮਹਾਰਾਜ ਇਸ ਪ੍ਰਕਾਰ ਦੇ ਗਹਿਣੇ ਦੀ ਘਾਟ ਦੀ ਕੋਈ ਜਿਹੜਾ ਹੈ ਕਾਰ ਕਰਦਾ ਹੈ। ਪਹਿਲੋਂ ਬ੍ਰਹਮ ਗਿਆਨ ਦਾ ਗਹਿਣਾ, ਤੇ ਫਿਰ ਉਹਦੀ ਸਮੱਗਰੀ ਕਿਸ ਤਰ੍ਹਾਂ, ਉਹ ਸਾਜੋ ਸਮਾਨ ਸਾਰਾ, ਤੇ ਹੁਣ ਕਹਿੰਦੇ ਮਹਾਰਾਜ ਕੋਈ ਘਾਟ ਘੜਨ ਵਾਲਾ ਵੀ ਏਡਾ ਹੀ, ਇਹ ਤਾਂ ਬੜੀ ਮਤਲਬ ਦੁਸਤਰ ਵਾ। ਤਾਂ ਸਤਿਗੁਰੂ ਜੀ ਕਹਿੰਦੇ, ਹਾਂ ਬਈ ਇਹਦੀ ਘਾਟ ਘੜਨ ਵਾਲੇ ਹੈਗੇ ਆ। ਮਹਾਰਾਜ ਕੌਣ ਬ੍ਰਹਮ ਗਿਆਨ ਦੇ ਗਹਿਣੇ ਦੀ ਘਾਟ ਘੜਦਾ? ਮਹਾਰਾਜ ਕਹਿੰਦੇ, ਜਿਨ ਕੋ ਨਦਰ ਕਰਮ ਤਿਨ ਕਾਰ। ਜਿਨ੍ਹਾਂ ਉੱਤੇ ਸਤਿਗੁਰੂ ਜੀ ਦੀ ਨਦਰ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਨਾ, ਉਹਨਾਂ ਨੇ ਕਰਮ ਕਮਾਈ ਕੀਤੀ ਹੈ, ਤਿੰਨਾਂ ਨੂੰ ਬ੍ਰਹਮ ਗਿਆਨ ਰੂਪੀ ਗਹਿਣੇ ਦੇ ਘੜਨ ਦੀ ਕਾਰ ਪ੍ਰਾਪਤ ਹੋਈ ਹੈ। ਅਥਵਾ ਜਿਨ੍ਹਾਂ ਨੇ ਕਰਮ ਨਿਸ਼ਕਾਮ ਕਰਮ ਕੀਤੇ ਹਨ, ਉਹਨਾਂ ਤੇ ਸਤਿਗੁਰੂ ਜੀ ਦੀ ਨਦਰ ਕਿਰਪਾ ਦ੍ਰਿਸ਼ਟੀ ਹੋਈ ਹੈ, ਅਤੇ ਤਿੰਨਾਂ ਨੇ ਇਹ ਸੁਭ ਗੁਣਾ ਨੂੰ ਧਾਰਨ ਕਰਨ ਦੀ ਕਾਰ ਕੀਤੀ ਹੈ, ਜਿਨ੍ਹਾਂ ਨਾਲ ਬ੍ਰਹਮ ਗਿਆਨ ਰੂਪੀ ਗਹਿਣਾ ਘੜੀਦਾ ਹੈ। ਨਾਨਕ ਨਦਰੀ ਨਦਰ ਨਿਹਾਲ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਉਹ ਗੁਰਮੁਖ ਵਾਹਿਗੁਰੂ ਦੀ ਜਿਹੜਾ ਨਦਰੀ ਹੈ, ਵਾਹਿਗੁਰੂ ਉਹਦੀ ਨਦਰ ਕਿਰਪਾ ਦ੍ਰਿਸ਼ਟੀ ਕਰਕੇ ਨਿਹਾਲ ਹੋ ਜਾਂਦੇ ਹਨ। ਫਿਰ ਉਹਨਾਂ ਦਾ ਜੀਵਨ ਹੋਰਨਾਂ ਉੱਤੇ ਨਦਰ ਪਾ ਕੇ ਨਦਰ ਨਿਹਾਲ ਕਰਨ ਵਾਲਾ ਬਣ ਜਾਂਦਾ ਹੈ। ਐਡੀ ਵੱਡੀ ਉੱਚੀ ਦਾਤ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ, ਨਿਜ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਹਨ, ਉਹਨਾਂ ਗੁਰਮੁਖਾਂ ਨੇ ਨਦਰੀ ਵਾਹਿਗੁਰੂ ਦੀ ਨਦਰ ਕਿਰਪਾ ਦ੍ਰਿਸ਼ਟੀ ਕਰਕੇ ਬ੍ਰਹਮ ਗਿਆਨ ਰੂਪੀ ਗਹਿਣਾ ਘੜ ਕੇ ਆਪਣੇ ਸਰੂਪ ਨੂੰ
ਨਿਹਾਲ ਲਿਆ। ਨਿਹਾਲ ਦਾ ਅਰਥ ਹੁੰਦਾ ਵੇਖਣਾ। ਆਪਣੇ ਸਰੂਪ ਨੂੰ ਨਿਹਾਲ ਲਿਆ, ਭਾਵ ਦੇਖ ਲਿਆ ਹੈ। ਆਪਣੇ ਸਰੂਪ ਦੇ ਵਿੱਚ ਲੀਨ ਹੋ ਕਰਕੇ ਨਿਹਾਲ ਹੋ ਗਏ ਹਨ। ਇਹ ਗੁਰਮੁਖ ਪਿਆਰੇ ਜਾਂ ਸਤਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਅਵਸਥਾ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਦੱਸੀ ਹੈ ਕਿ ਸਤਿਗੁਰ ਜੋਗ ਕਾ ਤਹਾਂ ਨਿਵਾਸਾ ਜਹ ਆਕਾਰ ਨਹੀਂ ਮੇਦਨੀ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਪੂਰਨ ਪੁਰਖ ਦੀ ਅਵਸਥਾ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਥਨ ਕੀਤੀ ਕਿ ਇਵੇਂ ਉਹ ਨਿਹਾਲ ਹੋ ਜਾਂਦੇ। ਫਿਰ ਅੰਤਰੀਵ ਅਰਥ ਵੀ ਜਿਹੜੇ ਹੈ ਇਸ ਪੌੜੀ ਦੇ ਕੀਤੇ ਹੈ, ਪਰ ਆਪਾਂ ਮੁੱਖ ਭਾਵ ਜਿਨ੍ਹਾਂ ਅਰਥਾਂ ਦਾ ਹੈ ਮੁਖੀ ਰੂਪ ਵਿੱਚ ਉਹ ਅਰਥ ਆਪਾਂ ਸਰਵਣ ਕੀਤੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੋ ਮੂਲ ਰੂਪ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਿਧਾਂਤ ਬਖਸ਼ਿਸ਼ ਕੀਤਾ ਹੈ, ਉਹ ਨਾਮ ਦੇ ਵਿੱਚ ਜੁੜਨਾ ਤੇ ਵਾਹਿਗੁਰੂ ਜੀ ਦੇ ਸਰੂਪ ਵਿੱਚ ਇੱਕਮਿਕ ਹੋਣਾ। ਜਦੋਂ ਇਸ ਰਾਹ ਤੇ ਤੁਰੀਏ ਤਾਂ ਫਿਰ ਇਸ ਰਾਹ ਤੇ ਤੁਰਨ ਲਈ ਕੀ ਸਾਨੂੰ ਸਾਧਨ ਕਰਨੇ ਪੈਂਦੇ ਆ ਤੇ ਕਿਹੜੀਆਂ ਚੀਜ਼ਾਂ ਆ ਕੇ ਰੁਕਾਵਟ ਪਾਉਂਦੀਆਂ, ਸਤਿਗੁਰੂ ਜੀ ਨੇ ਉਹਨਾਂ ਦਾ ਜ਼ਿਕਰ ਕਰਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੇ ਦੱਸਿਆ ਕਿ ਜਿਹੜਾ ਹੈ ਪਹਾਰਾ ਭੱਠੀ ਜਾਂ ਦੁਕਾਨ ਉਹ ਜੱਤ ਦੀ ਹੈ, ਧੀਰਜ ਰੂਪ ਸੁਨਿਆਰ ਹੈ, ਮਤ ਰੂਪੀ ਆਹਰਣ ਹੈ, ਵੇਦ ਰੂਪੀ ਹਥਿਆਰਾਂ ਨਾਲ ਡੋਲਦੀ ਨਹੀਂ। ਅਥਵਾ ਵੇਦ ਜਿਹੜਾ ਗਿਆਨ, ਦੂਜਾ ਅਰਥ ਲੈਣਾ ਵੇਦ ਦਾ ਅਰਥ ਗਿਆਨ, ਜਿਹੜੇ ਗਿਆਨ ਰੂਪੀ ਸਤਿਗੁਰੂ ਜੀ ਦੇ ਹਥਿਆਰ ਹਥੌੜੇ ਵੱਜਦੇ ਆ ਉਹਨਾਂ ਦੇ ਨਾਲ ਫਿਰ ਇਹਦੀ ਘਾਟ ਘੜੀ ਜਾਂਦੀ ਹੈ। ਬ੍ਰਹਮ ਗਿਆਨ ਰੂਪੀ ਗਹਿਣੇ ਦੀ ਦੋ ਪ੍ਰਕਰਣਾਂ ਤੋਂ ਅਰਥ ਸਮਝਣੇ। ਭਉ ਖੱਲਾ ਅਗਨ ਤਪ ਤਾਓ, ਜਿਹੜੀ ਖੱਲਾ ਹੈ ਭਾਵ ਧੌਂਕਣੀ ਫੂਕ ਮਾਰਨ ਵਾਲੀ ਜਿਹੜੀ ਹਵਾ ਨੂੰ ਭਖਾਉਂਦੀ ਹੈ, ਉਹ ਡਰਦੀ ਧੌਂਕਣੀ, ਵਾਹਿਗੁਰੂ ਤੋਂ ਡਰਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਜਿਹੜਾ ਹੈ ਇਹ ਜਿਹੜੀ ਦੁਨੀਆ ਇਹ ਸੰਸਾਰ ਹੈ ਪੂਰੇ ਗੁਰੂ ਜੀ ਦੀ ਸਿੱਖਿਆ ਤੋਂ ਬਿਨਾਂ ਸਗਲ ਸਮੱਗਰੀ ਡਰਹਿ ਵਿਆਪੀ। ਮੌਤ ਦੇ ਡਰ ਚ ਸਾਰੀ ਕਹਿੰਦੇ ਅਸੀਂ ਡਰਦੇ ਨਹੀਂ, ਮੌਤ ਤੋਂ ਡਰਦੇ ਆ। ਬਿਨ ਡਰ ਕਰਨਾ ਹਾਰਾ, ਜਿਹੜਾ ਵਾਹਿਗੁਰੂ ਜੀ ਦਾ ਡਰ ਵਾ ਨਾ ਬਾਕੀ ਸਾਰੇ ਡਰਾਂ ਨੂੰ ਖਤਮ ਕਰ ਦੇਣ ਵਾਲਾ। ਜਿਹੜਾ ਇਹ ਭਉ ਦਾ ਡਰ ਦਾ ਖੱਲਾ ਨਾ ਭਾਵ ਜਿਹੜਾ ਹੈ ਉਹ ਧੌਂਕਣੀ ਫੂਕਣੀ ਤੇ ਫਿਰ ਅਗਨ ਤਪ ਤਾਓ, ਜਿਹੜੇ ਤਪ ਦੀ ਅਗਨੀ ਜਿਹੜੀ ਉਹਨੂੰ ਤਪਾਉਣਾ। ਤਪ ਕੀ ਭਾਵ ਚਿੱਤ ਦੀ ਇਕਾਗਰਤਾ। ਵਾਹਿਗੁਰੂ ਜੀ ਦਾ ਜਦੋਂ ਆਪਾਂ ਨਾਮ ਜਪਦੇ ਹਾਂ ਚਿੱਤ ਇਕਾਗਰ ਕਰਨ ਲਈ ਵਾਹਿਗੁਰੂ ਦਾ ਡਰ ਮਨ ਵਿੱਚ ਹਰ ਵੇਲੇ ਰੱਖਣਾ, ਤਾਂ ਚਿੱਤ ਇਕਾਗਰ ਹੋਊ, ਨਹੀਂ ਤੇ ਨਹੀਂ ਹੋਣਾ। ਵਾਹਿਗੁਰੂ ਜੀ ਦਾ ਡਰ ਆਪਣੇ ਅੰਦਰ ਵਸਾ ਲੈਣਾ, ਫਿਰ ਚਿੱਤ ਦੀ ਇਕਾਗਰਤਾ ਬਣਦੀ ਹੈ ਤੇ ਫਿਰ ਇਹ ਤਪ ਰੂਪੀ ਅਗਨੀ ਜਿਹੜੀ ਹੈ ਜਿੱਦਾਂ ਹਵਾ ਵੱਜਦੀ ਜਦੋਂ, ਤੇ ਜਿਵੇਂ ਕੋਈ ਆਪਾਂ ਉਹ ਪ੍ਰਮਾਣ ਦਿੰਦੇ ਹੁੰਦੇ ਨਾ, ਜੇ ਕਿਸੇ ਨੂੰ ਕੋਈ ਕਿਸੇ ਦੇ ਖਿਲਾਫ ਭੜਕਾਵੇ ਤਾਂ ਉਹਨੂੰ ਕਹਿੰਦੇ ਇਹਨੂੰ ਹਵਾ ਨਾ ਦੇ, ਭਾਵ ਕੋਈ ਬੋਲ ਹੀ ਏਦਾਂ ਦੇ ਬੋਲਦੇ ਆ ਕਿ ਉਹਦੇ ਨਾਲ ਫਿਰ ਉਹਨੂੰ ਜਿਹੜੀ ਹੈ ਉਹ ਹੋਰ ਕ੍ਰੋਧ ਦੀ ਅੱਗ ਮੱਚ ਪੈਂਦੀ ਹੈ। ਪਰ ਇੱਥੇ ਦ੍ਰਿਸ਼ਟਾਂਤ ਇਹ ਸਮਝਣਾ ਕਿ ਵਾਹਿਗੁਰੂ ਜੀ ਦਾ ਡਰ ਜਿਹੜਾ ਨਾ ਇਹ ਧੌਂਕਣੀ ਹੋਣੀ ਚਾਹੀਦੀ ਹੈ, ਇਹ ਫੂਕਣੀ ਹੋਣੀ ਚਾਹੀਦੀ ਹੈ ਤੇ ਫਿਰ ਜਿਹੜੀ ਹੈ ਚਿੱਤ ਦੀ ਇਕਾਗਰਤਾ ਰੂਪੀ ਤਪ ਨੂੰ ਜਿਹੜਾ ਨਾ ਉਹ ਤਾਉਣਾ ਕਰੇ। ਇਹ ਨਾਮ ਦੇ ਜਪਣ ਦਾ ਜਿਹੜਾ ਨਾ ਇਹ ਪ੍ਰਚੰਡ ਅਗਨੀ ਆਪਣੇ ਅੰਦਰ ਇਹਨੂੰ ਤਪਾਉਣਾ ਕਰੇ। ਫਿਰ ਭਾਂਡਾ ਭਾਓ, ਪ੍ਰੇਮ ਦਾ ਭਾਂਡਾ, ਪ੍ਰੇਮ ਦਾ ਬਰਤਨ, ਤੇ ਉਹਦੇ ਵਿੱਚ ਜਿੱਥੇ ਕੁਠਾਲੀ 'ਚ ਸੋਨਾ ਪਾਈਦਾ, ਬਰਤਨ ਵਿੱਚ ਸੋਨਾ ਪਾਈਦਾ ਨਾ, ਅੰਮ੍ਰਿਤ ਤਿਤ ਢਾਲ, ਇਹਦੇ ਅੰਦਰ ਨਾਮ ਰੂਪੀ ਅੰਮ੍ਰਿਤ ਨੂੰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਢਾਲਣਾ ਕਰੇ, ਭਾਵ ਕਮਾਉਣਾ ਕਰੇ। ਫਿਰ ਘੜੀਆ ਸ਼ਬਦ ਸੱਚੀ ਟਕਸਾਲ, ਜਿਹੜੀ ਸੱਚੀ ਟਕਸਾਲ ਹੈ ਗੁਰੂ ਕੀ ਸਾਧ ਸੰਗਤ, ਇਹਦੇ ਵਿੱਚ ਬੈਠ ਕਰਕੇ ਫਿਰ ਜਦੋਂ, ਕਿਉਂਕਿ ਸੰਗਤ ਵਿੱਚ ਹੰਕਾਰ ਨਹੀਂ ਰਹਿੰਦਾ, ਇਹ ਜਿੰਨੇ ਵੀ ਸਾਧਨ ਕਰਨ ਵਾਲਾ ਨਾ ਉਹਦੇ ਵਰਗਾ ਕੋਈ ਹੋਰ ਨਹੀਂ, ਪਰ ਫਿਰ ਵੀ ਵੇਖੋ ਉਹਨਾਂ ਨੂੰ ਹੰਕਾਰ ਨਹੀਂ ਰਹਿੰਦਾ
क्योंकि महाराज जी कहते हैं सतसंगत रूपी टकसाल दे अंदर ये घाड़त घड़ी जाती है सारी। सतसंगत दे विचों ही जत सत दे रखण दी दात मिलदी है। सतसंगत दे अंदर ही धीरज रूप सुनियार जिहड़ा बन जाता है जीव फिर। ते सतसंगत दे विचों ही श्रेष्ठ मत रूपी आहरण प्राप्त हो जाती है। ते सतसंगत दे विचों ही गुरु साहब जी दे ज्ञान रूपी जिहड़े हथौड़े दी तरह वजदे बचन फिर मन नूं तोड़ दिंदे आ उस पासे नूं। जदों सतगुरु जी दी सिੱਖਿਆ सुणीदी है ना, वो कोई फिर जिहड़ा सहारन लग जाता मन दे उत्ते, फिर ਉਹਦੇ अंदर जिहड़ा ना डर दा खला, डर दी फूंकणी वो प्राप्त हो जाती है। फिर चित्त दी एकाग्रता जदों अमृत वेले भजन करदा तप करदा ते उस वेले वो अंदर डर जिहड़ा वसिया हुंदा ना, वाहिगुरू जी हर थां ते वेखदे आ, परमेश्वर नूं हाਜ਼ਰ नाਜ਼ਰ जानण लग पैंदा ते चित्त आपे जाके जुड़ जाता नाम दे अंदर। फिर प्रेम रूपी बर्तन प्राप्त हो जाता ते नाम रूपी अमृत जिहड़ा ना उस दे अंदर फिर वो ढल जाता, भाव पै जाता। ते महाराज कहंदे ने साध संगत रूपी सच्ची टकसाल दे अंदर शब्द की कमाई करदिआं उन्हां दे फिर शुभ गुणां दी घाड़त जिहड़ी घड़ी जाती है। ब्रह्म ज्ञान रूपी गहणे की घाड़त जिहड़ी घड़ी जाती है शब्द द्वारा। सच्ची टकसाल दे अंदर साध संगत रूपी सच्ची टकसाल दे अंदर, टकसाल उहनूं कहंदे जिथे मोहरां लगदियां होण। सतगुर खोटियों खरे करे। खोटा सिक्का चलदा नहीं, पर जदों टकसाल विच मोहर दा ठप्पा लगदा, जिहदी मोहर दा ठप्पा लगना उहनूं टकसाल कहंदे, जिथे घाड़त घड़ी जांदी। सत संगत दे अंदर महाराज जी अपने नाम दा ठप्पा ला दिंदे सच्चे पातशाह जी। ते इन्हां सारे गुणां नूं कमाउण वाले महाराज कोई हैगे आ? सतगुरु जी कहंदे ਉਹ ने जिन को नदर कर्म ਤਿੰਨ ਕਾਰ। ਉਹ ਇਹ ਕਾਰ ਨੂੰ ਕਰਦੇ ਆ ਜਿਨ੍ਹਾਂ ਉੱਤੇ ਮੇਰੇ ਵਾਹਿਗੁਰੂ ਦੀ ਮਿਹਰ ਦੀ ਨਿਗਾਹ ਹੈ। ਉਹ ਇਸ ਕਰਮ ਨੂੰ ਕਮਾਉਂਦੇ ਆ ਜਿਨ੍ਹਾਂ ਉੱਤੇ ਮੇਰੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਮਿਹਰ ਕੀਤੀ ਹੈ। ਮਿਹਰ ਦੀ ਦ੍ਰਿਸ਼ਟੀ ਜਦੋਂ ਸਤਿਗੁਰੂ ਜੀ ਦੀ ਬਾਣੀ ਮਿੱਠੀ ਲੱਗਣ ਲੱਗ ਜੇ, ਜਾਣੋ ਕਿ ਮਹਾਰਾਜ ਸਾਹਿਬ ਨੇ ਮਿਹਰ ਕੀਤੀ ਹੈ। ਤੇ ਕਰਮ ਕਮਾਈ ਕਰਨ ਨੂੰ ਚਿੱਤ ਵਿੱਚ ਉਮਾਹ ਆਵੇ। ਮਨਾ ਸੰਸਾਰ ਚ ਆਏ ਆ ਤੇ ਗੁਰੂ ਨਾਨਕ ਸਾਹਿਬ ਦੇ ਸਿੱਖ ਹੋ ਕੇ ਆਪਾਂ ਜਪਜੀ ਸਾਹਿਬ ਦਾ ਇੱਕ ਪਾਠ ਸਵੇਰੇ ਕਰਕੇ ਤੇ ਕੰਮ ਹੀ ਮੁਕਾ ਦਈਏ ਕਿ ਹੁਣ ਮੈਂ ਕੀਤਾ ਤੇ ਹੈਗਾ ਸੀ। ਨਹੀਂ, ਉਹ ਕਮਾਈ ਕਰਨ ਵਿੱਚ ਲੱਗ ਜਾਂਦੇ ਆ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਉੱਤੇ ਮੇਰੇ ਵਾਹਿਗੁਰੂ ਦੀ ਮਿਹਰ ਦੀ ਨਿਗਾਹ ਹੁੰਦੀ ਹੈ ਉਹ ਫਿਰ ਥੱਕਦੇ ਨਹੀਂ, ਅੱਕਦੇ ਨਹੀਂ ਸਿੱਧੋ। ਤੇ ਸਤਿਗੁਰੂ ਜੀ ਕਹਿੰਦੇ ਨਾਨਕ ਨਦਰੀ ਨਦਰ ਨਿਹਾਲ। ਵਾਹਿਗੁਰੂ ਜੋ ਨਦਰੀ ਹੈ ਆਪ ਪਰਮੇਸ਼ਰ, ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਦ੍ਰਿਸ਼ਟੀ ਪਾ ਕੇ ਨਿਹਾਲ ਕਰ ਦਿੰਦਾ। ਫਿਰ ਇੱਕਮਿਕ ਹੋ ਜਾਂਦੇ ਆ ਉਹ ਗੁਰਮੁਖ। ਉਹਨਾਂ ਵਿੱਚ ਤੇ ਵਾਹਿਗੁਰੂ ਵਿੱਚ ਕੋਈ ਭੇਦ ਨਹੀਂ ਰਹਿੰਦਾ, ਕੋਈ ਫਰਕ ਨਹੀਂ ਰਹਿੰਦਾ। ਇਹ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ 38ਵੀਂ ਪੌੜੀ ਦੇ ਅੰਦਰ ਸਤਿਗੁਰਾਂ ਜੀ ਨੇ ਅੰਮ੍ਰਿਤ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ। ਇਸ ਤਰ੍ਹਾਂ ਦੇ ਸੁਨਿਆਰੇ ਬਣ ਕੇ ਤੇ ਬ੍ਰਹਮ ਗਿਆਨ ਰੂਪੀ ਗਹਿਣੇ ਨੂੰ ਘੜੀਏ 12 ਵੰਨੀ ਦੇ ਤਾ ਦੇ ਕੇ ਨਾ ਸੋਨੇ ਨੂੰ, ਤੇ ਜਿਵੇਂ ਸੁਨਿਆਰਾ 12 ਵੰਨੀ ਦਾ ਸੋਨਾ ਕਰਦਾ, ਸ਼ੁੱਧ ਕਰਦਾ ਹੈ, ਇਵਾਂ ਤਪ ਰੂਪੀ ਅਗਨ ਨਾਲ, ਭਾਵ ਭਜਨ ਕਰਨ ਨਾਲ ਚਿੱਤ ਜਿਹੜਾ 12 ਵੰਨੀ ਦੇ ਸੋਨੇ ਦੀ ਤਰ੍ਹਾਂ ਸ਼ੁੱਧ ਹੋ ਜਾਂਦਾ। ਮਨ ਵਿੱਚ ਫਿਰ ਮੈਲ ਨਹੀਂ ਰਹਿੰਦੀ, ਕਿਉਂਕਿ ਮੈਲਾਂ ਲੱਗੀਆਂ ਕਰਕੇ ਮਨ ਭਜਨ ਕਰਨ ਮਤਲਬ ਉਦਾਸ ਰਹਿੰਦਾ, ਉਪਰਾਮ ਰਹਿੰਦਾ ਤੇ ਸੰਸਾਰ ਵੱਲ ਬੜਾ ਖੁਸ਼ ਰਹਿੰਦਾ। ਕੋਈ ਫਿਲਮ ਵੇਖਣੀ ਆ, ਕੋਈ ਖਾਣੇ ਖਾਣ ਨੂੰ ਵੱਖਰੇ ਵੱਖਰੇ ਪਦਾਰਥ ਮਿਲਦੇ ਆ, ਬੜਾ ਖੁਸ਼ ਰਹਿੰਦਾ, ਜੀ ਲੱਗਾ ਰਹਿੰਦਾ ਹੈ। ਕੋਈ ਗੱਲਾਂ ਕਰਨ ਨੂੰ, ਕੋਈ ਹੋਰ, ਕੋਈ ਘੁੰਮਣ ਫਿਰਨ ਨੂੰ ਬੜਾ ਚਿੱਤ ਖੁਸ਼ ਰਹਿੰਦਾ। ਤੇ ਕਹਿੰਦੇ ਆ ਥੋੜਾ ਚਿਰ ਬਦਲਾਵ ਚਾਹੀਦਾ ਹੈ। ਇਹ ਮਨ ਦਾ ਸੁਭਾਅ ਹੈ। ਇਹ ਮਨ ਨੇ ਸੰਸਾਰ ਵੱਲ ਨੂੰ, ਸੰਸਾਰ ਦੇ ਰਸਾਂ ਨੂੰ ਤੇ ਜੀਆਂ ਦੇ ਸਰੀਰਾਂ ਦੇ ਮੋਹ ਨੂੰ ਸੁੱਖ ਮੰਨਿਆ ਹੋਇਆ। ਪਰ ਸਤਿਗੁਰੂ ਜੀ ਕਹਿੰਦੇ ਆ ਜਿਨ੍ਹਾਂ ਨੇ ਐਸੀ ਘਾੜਤ ਘੜੀ ਹੈ, ਸਤਸੰਗਤ ਵਿੱਚ ਪਿਆਰ ਲਾਇਆ ਹੈ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਅੰਮ੍ਰਿਤ ਵੇਲੇ ਉੱਠ ਕਰਕੇ ਜਪਦੇ ਆ। ਸਾਰਿਆਂ ਨੂੰ ਇਉਂ ਸਮਝਦੇ ਆ ਕਿ ਜਿਵੇਂ ਬੇੜੀ ਦੇ ਵਿੱਚ ਸਵਾਰ ਸਾਰੇ ਚੜ੍ਹੇ ਆ, ਤੇ ਜਦੋਂ ਕੰਢੇ ਤੇ ਬੇੜੀ ਲੱਗਦੀ ਹੈ ਤੇ ਉਹ ਫਿਰ ਉਹਨਾਂ ਚਿਰ ਹੀ ਇਕੱਠੇ ਆ ਨਾ ਜਿੰਨਾ ਚਿਰ ਬੇੜੀ ਦੇ ਵਿੱਚ ਜਾ ਰਹੇ ਆ। ਰਾਹੀ ਆਪੋ ਆਪਣੇ ਰਾਹ ਨੂੰ ਤੁਰ ਪੈਂਦੇ ਆ, ਕੋਈ ਕਿੱਧਰ ਨੂੰ ਤੁਰ ਜਾਂਦਾ ਹੈ, ਕੋਈ ਕਿੱਧਰ ਨੂੰ ਤੁਰ ਜਾਂਦਾ। ਜਿੰਨਾ ਚਿਰ ਬੇੜੀ 'ਚ ਜਾਂ ਜਹਾਜ਼ 'ਚ ਬੈਠੇ ਆ ਉਹਨਾਂ ਚਿਰ ਲਈ ਇਕੱਠੇ ਆ, ਤੇ ਫਿਰ ਆਪੋ ਆਪਣੇ ਕੰਮਾਂ ਨੂੰ ਉਹ ਤੁਰ ਜਾਂਦੇ, ਕੋਈ ਇਕੱਠਾ ਨਹੀਂ ਰਹਿੰਦਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਇਹ ਸੰਸਾਰ ਦੇ ਅੰਦਰ ਨੌਕਾ ਦਾ ਮੇਲ ਹੈ ਜੀ। ਜਿਹੜੇ ਆ ਉਹ ਪ੍ਰਰਬਧ ਦੇ ਮੁਤਾਬਕ ਇਕੱਠੇ ਹੋਏ ਆ, ਪਰ ਜਦੋਂ ਕੰਢੇ ਲੱਗ ਜਾਣਾ, ਭਾਵ ਸਰੀਰ ਦਾ ਅੰਤ ਆ ਜਾਣਾ, ਉਦੋਂ ਆਪੋ ਆਪਣੀ ਵਾਸ਼ਨਾ ਮੁਤਾਬਕ ਉਧਰ ਨੂੰ ਸਾਰੀਆਂ ਰੂਹਾਂ ਰਾਹ ਪੈ ਜਾਂਦੀਆਂ ਹਨ। ਫਿਰ ਉਹਨਾਂ ਨਾਲ ਮੇਲਾ, ਫਿਰ ਉਹਨਾਂ ਨਾਲ ਮਿਲਾਪ, ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ, ਮਹਾਰਾਜ ਸਾਹਿਬ ਜੀ ਨੇ ਆਖਿਆ। ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਆ ਉਹ ਵਾਹਿਗੁਰੂ ਨੂੰ ਚੇਤੇ ਕਰਦੇ ਆ, ਅੰਮ੍ਰਿਤ ਵੇਲੇ ਜਾਗਦੇ ਆ, ਭਜਨ ਵਿੱਚ ਆਪਣਾ ਜਿਹੜਾ ਚੇਤਾ ਜੋੜਦੇ ਆ, ਤੇ ਇਸ ਇੱਛਾ ਨੂੰ ਆਪਣੇ ਅੰਦਰ ਪਰਪੱਕ ਕਰਕੇ ਰੱਖਦੇ ਆ ਕਿ ਮੈਂ ਵਾਹਿਗੁਰੂ ਨੂੰ ਮਿਲਣਾ। ਇਹ ਸਰੀਰ ਮੈਨੂੰ ਪਰਮੇਸ਼ਰ ਨੂੰ ਮਿਲਣ ਲਈ ਪ੍ਰਾਪਤ ਹੋਇਆ, ਤੇ ਮਨਾ ਇਹ ਸਰੀਰ ਅਜਾਈ ਨਾ ਚਲੇ ਜੇ। ਇਸ ਕਰਕੇ ਤੂੰ ਨਾਮ ਜਪ ਲੈ, ਤੂੰ ਨਾਮ ਜਪ ਲੈ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਦੀ ਕਥਾ ਲੜੀਵਾਰ ਆਪਾਂ ਆਰੰਭ ਕੀਤੀ ਸੀਗੀ, ਤੇ ਫਿਰ ਸਰੀਰ ਢਿੱਲਾ ਹੋਣ ਕਰਕੇ ਵਿੱਚੋਂ ਉਹ ਵੀ ਬੰਦ ਹੋਈ ਸੀ ਕਥਾ, ਉਹ ਵੀ ਹੁਣ ਸ਼ੁਰੂ ਹੋ ਗਈ। ਤੇ ਅੱਜ ਦਾ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਆ ਰਿਹਾ ਸੀ, ਰੇ ਨਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ, ਬਾਰੂ ਭੀਤ ਬਨਾਈ ਰਾਜਪਚ, ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ, ਉਰਜਿਓ ਕਹਾਂ ਗਵਾਰ। ਮਹਾਰਾਜ ਸਾਹਿਬ ਜੀ ਕਿੰਨੀਆਂ ਅੱਖਾਂ ਖੋਲਦੇ ਗਰੀਬ ਨਵਾਜ, ਤੇ ਬਾਰ-ਬਾਰ ਉਪਦੇਸ਼ ਸੁਣਨ ਨਾਲ ਫਿਰ ਸਾਡਾ ਮਨ ਸੁੱਤਾ ਪਿਆ ਜਾਗ ਪੈਂਦਾ। ਇਹਨੂੰ ਫਿਰ ਸੰਸਾਰ ਕੌੜਾ ਲੱਗਣ ਲੱਗ ਜਾਂਦਾ। ਇਹਨਾਂ ਸਿੱਖਿਆਵਾਂ ਨਾਲ, ਗੁਰੂ ਜੀ ਦੇ ਇਸ ਉਪਦੇਸ਼ ਨਾਲ ਸੰਸਾਰ ਦੇ ਰਸ ਫਿੱਕੇ ਲੱਗਣ ਲੱਗਦੇ ਆ। ਫਿਰ ਜੀਆਂ ਦਾ ਮੋਹ ਛੁਟਕਦਾ, ਤੇ ਸੱਚਾ ਪ੍ਰੇਮ ਜਿਹੜਾ ਵਾਹਿਗੁਰੂ ਨਾਲ ਉਹ ਪਾਉਣ ਲਈ ਚਿੱਤ ਵਿੱਚ ਉਮਾਹ ਆਉਂਦਾ। ਤਾਂ ਕਰਕੇ ਕਮਾਈ ਹੁੰਦੀ ਹੈ, ਨਹੀਂ ਤੇ ਨਹੀਂ ਕਮਾਈ ਨਹੀਂ ਹੁੰਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਕਹੋ ਨਾਨਕ ਨਿਜ ਮਤ ਸਾਧਨ ਕੋ। ਮਹਾਰਾਜ ਕਹਿੰਦੇ ਇਹ ਆਪਣਾ ਮਤ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ, ਭਾਖਿਓ ਤੋਹੇ ਪੁਕਾਰ। ਜਿਹੜਾ ਤੈਨੂੰ ਅਸੀਂ ਪੁਕਾਰ ਕੇ ਭਾਈ ਪੁਰਖਾ ਕਿਹਾ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਖਿਆ। ਸਤਿਗੁਰੂ ਜੀ ਮਿਹਰ ਕਰਨ। ਬੜੀ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ ਕਿ ਸ੍ਰੀ ਜਪਜੀ ਸਾਹਿਬ ਜੀ ਦੀਆਂ 38 ਪੌੜੀਆਂ ਸੰਪੂਰਨ ਹੋਈਆਂ, ਤੇ ਕੱਲ ਨੂੰ ਅੱਗੇ ਸ਼ਲੋਕ ਜੋ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਭੋਗ ਪਾਇਆ ਸ੍ਰੀ ਜਪਜੀ ਸਾਹਿਬ ਜੀ ਦਾ, ਇਹ ਆਪਾਂ ਸ਼ਲੋਕ ਦੀ ਕਥਾ ਜਿਹੜੀ ਆ ਉਹ ਕੱਲ ਨੂੰ ਸਰਵਣ ਕਰਾਂਗੇ। ਪੌੜੀਆਂ ਦਾ ਵਿਸਥਾਰ ਤਾਂ ਬਹੁਤ ਹੈ, ਤੇ ਪਰ ਆਪਾਂ ਜਿਹੜਾ ਹੈ ਸਮੇਂ ਨੂੰ ਮੁੱਖ ਰੱਖਦਿਆਂ ਕਿ ਇੰਨੇ ਸਮੇਂ ਵਿੱਚ ਸਮਾਪਤੀ ਹੋਵੇ, ਤੇ ਨਾਲੇ ਅਰਥ ਵੀ ਜਿਹੜੇ ਆ ਉਹ ਸਾਨੂੰ ਸੌਖੇ ਢੰਗ ਨਾਲ ਜਿਹੜੇ ਸਮਝ ਪੈ ਜਾਣ। ਸਤਿਗੁਰੂ ਮਹਾਰਾਜ ਸਾਹਿਬ ਕਿਰਪਾ ਕਰਨ। ਗਰੀਬ ਨਵਾਜ ਜੀ ਦਾ ਅੰਮ੍ਰਿਤ ਉਪਦੇਸ਼ ਹਿਰਦੇ 'ਚ ਵਸੇ, ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮੱਤ ਬਖਸ਼ਣੀ। ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।